क्राइम ब्रांच ने एक FIR दर्ज की है एक लेडी के खिलाफ, शबनम के खिलाफ। फेसबुक ते फ्रेंड्स बनते ने या आजकल बंबल टिंडर पता नहीं क्या क्या वो आगे ने, ठीक है, विश्वास एक दूसरे जितते ने। वो तो बात पे की होंदा है एविडेंस बनाए जाते ने। ਜਿਹੜੇ ਵਿਕਟਮ ਹੁੰਦੇ ਨੇ ਇਹ ਇਸ ਸੈਕਸ ਐਕਸਟੋਰਸ਼ਨ ਦੇ, ਇਹ ਵਿਆਹੇ ਆਦਮੀ ਹੁੰਦੇ ਨੇ, ਕਿਉਂਕਿ ਦੇਖੋ ਵਿਆਹੇ ਆਦਮੀ ਬਲੈਕਮੇਲ ਹੋ ਜਾਏਗਾ, ਉਹਨੂੰ ਆਪਣੇ ਪਰਿਵਾਰ ਦਾ ਡਰ ਹੋਏਗਾ, ਸਮਾਜ ਦਾ ਡਰ ਹੋਏਗਾ। अगर कोई सरकारी मुलाजम पुलिस ऑफिसर रेप या 354 वाले हो गए, वो अगर केस रजिस्टर नहीं करते तो उन्होंने वर्दी तो उतरेगी। सैकेंड थिंग उन्होंने खिलाफ पर्चा भी होएगा। ਜਿਹੜੀ ਕੁੜੀਆਂ ਨਾਲ ਸੱਚੀ ਗਲਤ ਹੋਇਆ ਹੋਏਗਾ ਉਹ ਹਮੇਸ਼ਾ ਇਨਸਾਫ ਲਈ ਲੜेंगी, not for money। ਸਾਬਤ ਕਿਵੇਂ ਹੋਇਆ ਹੋਊਗਾ ਵੀ ਐਡਵੋਕੇਟ ਤੁਸੀਂ ਦੱਸ ਰਹੇ ਹੋ ਯਸ਼ ਚੌਹਾਨ ਜਿਹੜਾ ਉਸਦੇ ਨਾਲ ਸੀਗਾ, ਉਹ ਕਿਵੇਂ ਐਡਵੋਕੇਟ ਵੀ ਨਾਲ ਮਿਲਿਆ ਸੀ? ਵਕੀਲਾਂ ਦੀ ਸ਼ਾਇਦ ਤੋਂ ਬਿਨਾ ਨਹੀਂ ਹੈ ਹੁੰਦੇ ਐਕਸਟੋਰਸ਼ਨ ਵਾਲੇ। ਲੜਕੀ ਇਕੱਲੀ ਕੁੜੀ ਦੀ ਇੰਨੀ ਹਿੰਮਤ ਨਹੀਂ ਹੁੰਦੀ। ਇਹ ਅੜਿੱਕੇ ਚੜ ਗਈ ਇੱਕ ਫੌਜੀ ਦੇ, ਫੌਜੀ ਇਹਨਾਂ ਨੂੰ ਲੈ ਗਿਆ ਸੁਪਰੀਮ ਕੋਰਟ ਤੱਕ, ਠੀਕ ਹੈ। ਉੱਥੇ ਜਾ ਕੇ ਸੁਪਰੀਮ ਕੋਰਟ 'ਚ ਚੀਜ਼ਾਂ ਕਲੀਅਰ ਹੋਈਆਂ, ਕਿਉਂਕਿ ਉਹ ਫੌਜੀ ਨੇ ਵੀ, ਤੁਹਾਨੂੰ ਪਤਾ ਦੇ ਆਰ ਇੰਟੈਲੀਜੈਂਟ, ਉਹਨਾਂ ਨੇ ਸਾਰੀ ਰਿਸਰਚ ਕੀਤੀ ਇਹਨਾਂ ਦੀ, ਤੇ ਪਤਾ ਲੱਗਿਆ ਕਿ ਟੋਟਲ 9 ਕੇਸ ਕੀਤੇ ਹੋਏ ਸੀਗੇ ਯੋਰ ਰੇਪ ਦੇ 3 ਤੇ ਕਿਸੇ ਹੋਰ ਲੋਕਾਂ ਦੇ ਖਿਲਾਫ, ਤੇ 6 ਸੀਗੇ ਸੈਕਸੁਅਲ ਅਸੌਲਟ ਵਗੈਰਾ ਦੇ, ਹੈਰੈਸਮੈਂਟ। ਕਿ ਐਡਵੋਕੇਟ ਕਹਿ ਦਈਏ ਕਾਲੀਆਂ ਭੇਡਾਂ ਜਿਹੜੀਆਂ ਇਹੋ ਜਿਹੇ ਮਤਲਬ ਕੰਮਾਂ 'ਚ ਵੜ ਚੁੱਕੇ ਨੇ। ਇਹ ਚਾਹੀਦਾ ਨਹੀਂ ਆ ਵੀ ਬਾਰ ਐਸੋਸੀਏਸ਼ਨ ਆਫ ਇੰਡੀਆ ਨੂੰ ਨਹੀਂ ਚਾਹੀਦਾ ਹੈਗਾ ਵੀ ਇਹੋ ਜਿਹੇ ਕੰਮ ਤੇ ਨੱਥ ਪਾਈ ਜਾਵੇ? ਕਿਉਂਕਿ ਉਹਨੇ ਵਕੀਲ ਨੇ ਮੈਨੂੰ ਕਿਹਾ, ਬਜ਼ੁਰਗ ਵਕੀਲ ਨੇ, ਕਿ ਇਹਨਾਂ ਕੁੜੀਆਂ ਦੇ ਕੋਲ ਮੇਰੀ ਨਿਊਡ ਵੀਡੀਓ ਹੈ, ਤੇ ਉਹ ਕਹਿੰਦਾ ਕਿ ਤੁਸੀਂ ਮੇਰਾ ਕੀ ਕਹਿੰਦੇ ਟੈਸਟ ਕਰਵਾ ਲਓ, ਮੈਂ ਤਾਂ ਰੇਪ ਕਰ ਹੀ ਨਹੀਂ ਸਕਦਾ। ਕਿ ਕੋਈ ਮਜਬੂਰੀਆਂ ਹੁੰਦੀ ਕਿ ਕੁੜੀ ਵੈਸ਼ਿਆ ਵੀ ਨਹੀਂ ਵੈਸ਼ਿਆ ਬਣਦੀ, ਠੀਕ ਹੈ ਨਾ। ਤੂੰ ਚਾੜਿਆ ਵਕੀਲ ਨੂੰ ਕਿ ਤੂੰ ਕਰ ਕੀ ਰਿਹਾ, ਕਿ ਤੂੰ ਇੰਨੀ ਉਮਰ ਦਾ ਹੈ, ਠੀਕ ਹੈ ਨਾ, ਤੂੰ ਕੀ ਕਹਿੰਦੇ ਨੇ ਇਹ ਕੀ ਕੋਰਟ ਹੈ ਕਿ ਕੰਜਰਖਾਨਾ ਜੋ ਇਹ ਚੀਜ਼ ਮਤਲਬ ਇੱਥੇ ਚੱਲ ਰਹੀ ਹੈਗੀ ਹੈ। ਉਹਨੇ ਚਲਦੀ ਬਾਈਕ ਤੇ ਆਪਣੀ ਇੱਕ ਲਾਸਟ ਵੀਡੀਓ ਬਣਾਈ ਕਿ ਮੈਂ ਆਪਣੀ ਵਾਈਫ ਨੂੰ ਬਹੁਤ ਪਿਆਰ ਕਰਦਾ ਸੀਗਾ, ਤੇ ਮੇਰੀ ਵਾਈਫ ਨੇ ਮੇਰੇ ਉੱਤੇ ਡੋਰੀ ਦੇ ਲੌਜ਼ ਦੇ ਅੰਡਰ ਕੇਸ ਪਾਤਾ, 498 ਦਾ ਪਾਤਾ। ਮੈਂ ਆਪਣੇ ਬੱਚੇ ਨੂੰ ਦੇਖਣਾ ਚਾਹੁੰਦਾ, ਮੈਨੂੰ ਬੱਚੇ ਨੂੰ ਮਿਲਣ ਨਹੀਂ ਦਿੰਦੀ, ਤੇ ਆਪਣੇ ਬॉयਫ੍ਰੈਂਡ ਦੇ ਨਾਲ ਰਹਿੰਦੀ ਹੈ, ਉਹੀ ਰੁਪਿੰਦਰ ਕੌਰ ਵਾਲਾ ਟਾਈਪ ਦਾ ਕੇਸ, ਠੀਕ ਹੈ। ਅਤੁਲ ਸੁਭਾਸ਼ ਦਾ ਵੀ ਕੇਸ ਸੀਗਾ, ਜਿਹਨੇ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਸੀਗਾ ਕਿ ਮੈਨੂੰ ਮੇਰੀ ਵਾਈਫ ਬਹੁਤ ਹੈਰਾਸ ਕਰ ਰਹੀ ਹੈਗੀ, ਉਹਦਾ ਪਰਿਵਾਰ ਬਹੁਤ ਹੈਰਾਸ ਕਰ ਰਿਹਾ ਹੈਗਾ, ਤੇ ਉਹਨੇ ਵੀ ਵਿਚਾਰੇ ਨੇ ਸੁਸਾਈਡ ਕਮਿਟ ਕਰ ਲਿਆ। ਹੁਣ ਮੈਨੂੰ ਦੱਸੋ, ਇਹ ਮਿਸਯੂਜ਼ ਆਫ ਲਾਅ ਨਹੀਂ ਹੈ? ਕਾਨੂੰਨ ਦਾ ਮਿਸਯੂਜ਼ ਹੋ ਰਿਹਾ, ਕੁੜੀਆਂ ਮਤਲਬ ਫਾਇਦਾ ਚੱਕ ਰਹੀਆਂ ਵੀ ਕਿਉਂਕਿ ਉਹਨਾਂ ਦੇ ਹੱਕ 'ਚ ਕਾਨੂੰਨ ਬਣਿਆ ਹੋਇਆ ਹੈ। ਚਾਹੀਦਾ ਨਹੀਂ ਹੈਗਾ ਵੀ ਮੁੰਡਿਆਂ ਦੇ ਹੱਕ 'ਚ ਵੀ ਕਾਨੂੰਨ ਬਣੇ, ਕਿਉਂਕਿ ਮੁੰਡੇ ਜ਼ਿਆਦਾਤਰ, ਬਹੁਤ ਲੜਕੇ ਆ, ਕਈ ਤਾਂ ਦੱਸ ਹੀ ਨਹੀਂ ਪਾਉਂਦੇ ਵੀ ਮੇਰੀ ਵਾਈਫ ਮੇਰੇ ਨਾਲ ਇੱਦਾਂ ਕਰ ਰਹੀ ਹੈ। ਪਹਿਲਾਂ ਤਾਂ ਕਹਿੰਦੇ ਵੀ ਕੇਸ ਪਾ ਦਿੰਦੀਆਂ ਵੀ ਸਾਡੇ ਨਾਲ ਰੇਪ ਹੋਇਆ ਹੈ, ਉਸ ਤੋਂ ਬਾਅਦ ਉਹ ਗੱਲ ਪੈਸੇ ਦੇ ਕਿਉਂ ਆ ਕੇ ਨਿਬੜ ਜਾਂਦੀ ਹੈ, ਪੈਸੇ ਮਿਲ ਜਾਂਦੇ ਆ ਤੇ ਕੋਰਟ 'ਚ ਜਾ ਕੇ ਕੰਪਰੋਮਾਈਜ਼ ਹੋ ਜਾਂਦਾ। 4-5 ਸਾਲ ਵਿਆਹੇ ਬੰਦੇ ਨਾਲ ਘੁੰਮਣ ਗਿਆ, ਹੋਟਲਾਂ 'ਚ ਜਾਣ ਗਈਆਂ, ਠੀਕ, ਤੇ ਕੀ ਕਹਿੰਦੇ ਨੇ ਆਹ ਕਿਰਾਏ ਦੇ ਘਰਾਂ 'ਚ ਵੀ ਕਈ ਰਹਿੰਦੀ ਹੈਗੀ ਆ, ਠੀਕ ਹੈ। ਵਾਈਫ ਨੂੰ ਪਤਾ ਹੀ ਨਹੀਂ ਹੈ ਉਹ ਬੰਦੇ ਦੀ ਕਿ ਮੇਰਾ ਆਦਮੀ ਇੱਕ ਦੂਜੀ ਮਤਲਬ ਜਨਾਨੀ ਦੇ ਨਾਲ ਰਹਿ ਰਿਹਾ। ਕਿ ਅੱਜ ਕੱਲ੍ਹ ਦਾ ਇਹ ਟਾਈਮ ਆ ਚੁੱਕਿਆ ਹੈਗਾ ਕਿ ਜਵਾਈਆਂ ਲੈ ਕੇ ਆਉਣ ਦਾ ਇੰਨਾ ਡਰ ਨਹੀਂ ਜਿੰਨਾ ਨੂੰਹਾਂ ਲੈ ਕੇ ਆਉਣ ਦਾ ਡਰ ਹੋਇਆ ਪਿਆ। ਡਿਵੋਰਸ ਕੇਸਿਸ ਜਿਵੇਂ ਮੋਸਟਲੀ ਦੇਖੇ, ਜਿਹੜੇ ਘਰ ਟੁੱਟ ਜਾਂਦੇ ਆ ਨਾ, ਬੱਚੇ ਮੈਂਟਲੀ ਇੰਨੇ ਨਹੀਂ ਸਟੇਬਲ ਹੁੰਦੇ, ਇਹ ਗੱਲ ਮੰਨਣੀ ਪੈਣੀ ਹੈ। ਮਤਲਬ ਇਟਸ ਅ ਸਟੱਡੀ, ਲਾਈਫ ਹੀ ਖਰਾਬ ਹੋ ਜਾਂਦੀ ਤੇ ਉਹ ਚੁਟਕੀ ਸਿੰਦੂਰ ਤਾਂ ਬਸ ਆਪਣਾ ਇਟਸ ਅ ਪਾਰਟ ਆਫ ਯੋਰ ਫੈਸ਼ਨ ਔਰ ਵਟ। ਮੁੰਡੇ ਵੀ ਵਿਆਹ ਕਰਾਉਣ ਤੋਂ ਡਰਨ ਲੱਗ ਗਏ। ਆਫ ਕੋਰਸ ਮੈਂ ਤਾਂ ਕਹਿੰਦੀ ਹਾਂ ਖੁਦ ਕਿ ਡਰ ਲੱਗਦਾ ਹੈਗਾ। ਅਸੀਂ ਨਵੀਂ ਰੋਜ਼ ਜਿੱਦਾਂ ਇੰਸੀਡੈਂਟ ਦੇਖਦੇ ਹਾਂ। ਘਰ ਦਾ ਮਾਲਿਕ ਹੈ, ਉਹ ਇੱਕ ਆਪਣੇ ਫਲੈਟ ਨੂੰ ਕੁੜੀਆਂ ਨੂੰ ਰੈਂਟ ਤੇ ਦੇਣ ਤੋਂ ਵੀ ਡਰਦਾ ਵੀ ਕਿਤੇ ਉਹ ਵੀ ਨਾ ਸ਼ਿਕਾਰ ਬਣ ਜਾਵੇ। ਕਾਨਪੁਰ ਦਾ ਕੇਸ ਹੈ, ਸੇਮ ਹਸਬੈਂਡ ਵਾਈਫ ਸੀਗੇ, ਤੇ ਉਹ ਮਤਲਬ ਕਿ ਕਿਰਾਏ ਦੇ ਘਰ 'ਤੇ ਰਹਿ ਰਹੇ ਸੀਗੇ, ਕਿਰਾਇਆ ਦੇ ਨਹੀਂ ਪਾਏ, ਤੇ ਜਨਾਨੀ ਨੇ ਝੂਠਾ ਕੇਸ ਉੱਤੇ ਪਾਤਾ ਆਦਮੀ। ਵਕੀਲਾਂ ਨੂੰ ਕਿਰਾਏ 'ਤੇ ਕੋਈ ਕਰ ਦਿੰਦਾ ਹੀ ਨਹੀਂ ਹੈ, ਠੀਕ ਹੈ ਨਾ, ਨਾਲ ਜਨਾਨੀਆਂ ਨੂੰ ਕੋਈ ਦੇਵੇ, ਕਿਉਂਕਿ 1 ਮਿੰਟ 'ਚ ਪਤਾ ਨਹੀਂ ਕੀ ਇਲਜ਼ਾਮ ਲਗਾ ਦੇਣਗੀਆਂ। ਨਮਸਕਾਰ, ਸਤਿ ਸ਼੍ਰੀ ਅਕਾਲ ਦਾ ਸਮਰ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਗੱਲ ਕਰਨ ਜਾ ਰਹੇ ਹਾਂ, ਅੱਜ ਕੱਲ ਸੋਸ਼ਲ ਮੀਡੀਆ ਤੇ ਜੋੜੀਆਂ ਬਣਦੀਆਂ ਨੇ, ਬਾਅਦ ਚ ਬਲੈਕਮੇਲ ਹੁੰਦੀ ਹੈ, ਲੱਖਾਂ ਕਰੋੜਾਂ ਤੱਕ ਗੱਲ ਪਹੁੰਚਦੀ ਹੈ, ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਦਿੱਲੀ ਕ੍ਰਾਈਮ ਬ੍ਰਾਂਚ ਨੇ ਇੱਕ FIR ਦਰਜ ਕੀਤੀ ਆ। ਸਾਰੇ ਤੇ ਗੱਲਬਾਤ ਕਰਾਂਗੇ ਕਿਉਂਕਿ ਸਾਡੇ ਨਾਲ ਹਾਈ ਕੋਰਟ ਤੋਂ ਮੈਡਮ ਐਡਵੋਕੇਟ ਨੇ ਮਿਸ਼ੂ ਮੈਮ, ਕਿਵੇਂ ਦੇਖਦੇ ਹੋ ਦਿੱਲੀ ਕ੍ਰਾਈਮ ਬ੍ਰਾਂਚ ਨੇ ਇੱਕ FIR ਦਰਜ ਕੀਤੀ ਹੈ ਇੱਕ ਲੇਡੀ ਦੇ ਖਿਲਾਫ, ਸ਼ਬਨਮ ਦੇ ਖਿਲਾਫ, ਤੇ ਕਹਿੰਦੇ ਵੀ ਉਹ ਸੈਕਸ एक्सटॉर्शन ਦਾ ਕੰਮ ਕਰਦੀ ਸੀਗੀ, ਕੀ ਹੈ ਸਾਰੀ ਜਾਣਕਾਰੀ? देखो जो सेक्स एक्सटॉर्शन रैकेट है जो चल रहा है, ये मैं हमेशा 2 पार्ट्स डिवाइड करती हैं। एक थाने तो पहला, ठीक है, केस पहुंचन मतलब कि कंप्लेंट होने ਤੋਂ, एक थाने तो बाद। ਕੀ ਹੁੰਦਾ ਕਿ ਜਿਸ ਤਰ੍ਹਾਂ ਫੇਸਬੁੱਕ ਤੇ ਫਰੈਂਡਸ ਬੰਦੇ ਨੇ ਜਾਂ ਅੱਜਕੱਲ ਬੰਬਲ ਟਿੰਡਰ ਪਤਾ ਨਹੀਂ ਕਿਆ ਕਿਆ ਉਹ ਆਗੇ ਨੇ, ਬਿਲਕੁਲ, ਤੇ ਉਸ ਤੋਂ ਬਾਅਦ ਕੀ ਹੁੰਦੇ ਫਰੈਂਡਸ ਬੰਦੇ ਨੇ,
ਠੀਕ ਹੈ, ਵਿਸ਼ਵਾਸ ਇੱਕ ਦੂਜੇ ਦੇ ਜਿੱਤਦੇ ਨੇ। ਉਹ ਤੋਂ ਬਾਅਦ ਫਿਰ ਕੀ ਹੁੰਦਾ ਹੈ, ਐਵੀਡੈਂਸ ਬਣਾਏ ਜਾਂਦੇ ਨੇ, ਕੁੜੀਆਂ ਬਣਾਉਂਦੀਆਂ ਮਤਲਬ ਕਿ ਨਿਊਡ ਪਿਕਚਰਸ ਪ੍ਰੀ ਪਲਾਨ ਹੁੰਦਾ। ਫਿਰ ਉਸ ਤੋਂ ਬਾਅਦ ਇਹ ਉਹਨੂੰ, ਔਰ ਮੋਸਟਲੀ ਜਿਹੜੇ ਵਿਕਟਮ ਹੁੰਦੇ ਨੇ ਇਹ ਇਸ ਸੈਕਸ ਐਕਸਟੋਰਸ਼ਨ ਦੇ, ਇਹ ਵਿਆਹੇ ਆਦਮੀ ਹੁੰਦੇ ਨੇ। ਕਿਉਂਕਿ ਦੇਖੋ ਵਿਆਹੇ ਆਦਮੀ ਬਲੈਕਮੇਲ ਹੋ ਜਾਏਗਾ, ਉਹਨੂੰ ਆਪਣੇ ਪਰਿਵਾਰ ਦਾ ਡਰ ਹੋਏਗਾ, ਸਮਾਜ ਦਾ ਡਰ ਹੋਏਗਾ, ਆਪਣੇ ਸ਼ਹਿਰ ਦਾ ਡਰ ਹੋਏਗਾ, ਠੀਕ ਹੈ ਨਾ, ਉਹ ਪੈਸੇ ਕੱਢ ਦਿੰਦਾ ਹੈ। ਉਹ ਕੁੜੀ ਕੀ ਕਰੇਗੀ, ਥਾਣੇ ਤੋਂ ਪਹਿਲਾਂ ਦੀ ਮੈਂ ਕਰ ਰਹੀ ਹਾਂ ਬਾਤ, ਕਿ ਉਹਨੂੰ ਪਹਿਲਾਂ ਬਲੈਕਮੇਲ ਕਰੇਗੀ ਕਿ ਮੈਂ ਥਾਣੇ ਜਾ ਰਹੀ ਹਾਂ ਤੇ ਤੇਰੇ ਖਿਲਾਫ ਮੈਂ ਰੇਪ ਦਾ ਪਰਚਾ ਪਾ ਦਾਂਗੀ, ਠੀਕ ਹੈ, ਇੰਨੇ ਪੈਸੇ ਮੈਨੂੰ ਦੇ ਦੇ, ਨਹੀਂ ਤੇ ਇਹ ਵੀਡੀਓ ਮੈਂ ਸਾਰੇ ਪਾਸੇ ਵਾਇਰਲ ਕਰ ਦਾਂਗੀ, ਜਾਂ ਤੇਰੇ WhatsApp ਮੈਸੇजेस ਵੀ ਮੈਂ ਵਾਇਰਲ ਕਰ ਦਾਂਗੀ। ਉਹ ਬੰਦਾ बेचारा ਡਰ ਦੇ ਮਾਰੇ ਪੈਸੇ ਦੇ ਦਿੰਦਾ ਹੈ ਆਪਣੀ ਇੱਜ਼ਤ ਬਚਾਉਣ ਲਈ। ਫਿਰ ਆਂਦੀ ਗੱਲ, ਜਦ ਕੁੜੀ ਜ਼ਿਆਦਾ ਹੀ ਮਤਲਬ ਐਕਸਟੈਂਟ ਤੱਕ ਚਲ ਜਾਏ ਔਰ ਬੰਦਾ ਵੀ ਸ਼ਾਇਦ ਉਹਨੂੰ ਲਾਈਟਲੀ ਲੈ ਲੇ ਉਸਦੀ ਧਮਕੀਆਂ ਨੂੰ, ਉਹ ਫਿਰ ਕਿਸ ਬਾਈ ਹੁੱਕ ਔਰ ਕ੍ਰੁਕ ਉਹ ਪਰਚਾ ਦਰਜ ਕਰਵਾ ਲੈਂਦੀ ਹੈ। ਮੈਂ ਇੱਕ ਪਹਿਲਾਂ ਵੀ ਗੱਲ ਕਹੀ ਸੀ ਕਿ 39 ਥਾਣੇ ਦਾ ਸਾਡੇ ਚੰਡੀਗੜ੍ਹ ਦਾ ਹੀ ਕੇਸ ਹੈ, ਉਹ 'ਚ ਇੱਕ SHO ਸਾਹਿਬ ਸੀਗੇ ਤੇ ਉਹਨਾਂ ਨੇ ਕੇਸ ਰਜਿਸਟਰ ਨਹੀਂ ਕੀਤਾ, ਸੇਮ ਇਹੋ ਜਿਹਾ ਕੇਸ ਸੀਗਾ। ਉਹਨੇ ਕੁੜੀ ਨੇ ਕੀ ਕੀਤਾ, ਪੁਲਿਸ ਕੰਪਲੇਂਟ ਅਥਾਰਟੀ ਚਲੇਗੀ ਉਸ SHO ਦੇ ਖਿਲਾਫ ਕਿ ਇਹ ਮਤਲਬ ਮੇਰਾ ਰੇਪ ਕੇਸ ਜੋ ਵੀ ਹੈ ਰਜਿਸਟਰ ਨਹੀਂ ਕਰ ਰਹੇ ਵਿਆਹੇ ਆਦਮੀ ਦਾ, ਔਰ SHO ਨੂੰ ਪਤਾ ਲੱਗ ਗਿਆ ਸੀ, ਇਟ ਵਾਸ ਵਿਦ ਆਲ ਕੰਸੈਂਟ। ਤੇ ਉਸ ਤੋਂ ਬਾਅਦ ਕੀ ਹੋਇਆ, ਇੱਕ ਸਾਡੇ BNSO ਹੁਣ IPC 'ਚ ਵੀ ਇੱਕ ਸੈਕਸ਼ਨ ਸੀਗਾ ਕਿ ਅਗਰ ਕੋਈ ਸਰਕਾਰੀ ਮੁਲਾਜ਼ਮ ਪੁਲਿਸ ਆਫਿਸਰ ਰੇਪ ਜਾਂ 354 ਵਾਲੇ ਹੋ ਗਏ, ਉਹ ਅਗਰ ਕੇਸ ਰਜਿਸਟਰ ਨਹੀਂ ਕਰਦੇ ਤੇ ਉਹਨਾਂ ਦੀ ਵਰਦੀ ਤਾਂ ਉਤਰੇਗੀ। ਸੈਕਿੰਡ ਥਿੰਗ, ਉਹਨਾਂ ਦੇ ਖਿਲਾਫ ਪਰਚਾ ਵੀ ਹੋਏਗਾ। ਸੋਚੋ ਦੋਨੋਂ ਪਾਸੇ ਮਾਰ ਪੈ ਰਹੀ ਹੈ, ਪੁਲਿਸ ਆਫਿਸਰ ਹੱਥ ਕੱਟੇ ਗਏ ਉਹਨਾਂ ਦੇ, ਉਹਨਾਂ ਨੂੰ ਮਜਬੂਰਨ ਕੇਸ ਰਜਿਸਟਰ ਕਰਨਾ ਪਿਆ। ਫਿਰ ਉਸੇ ਲੜਕੀ ਨੇ ਉਸ ਕੇਸ 'ਚ 4-5 ਸਾਲ ਉੱਥੇ ਕੋਰਟ 'ਚ ਆਂਦੀ ਰਹੀ, ਠੀਕ ਹੈ, ਪ੍ਰੈਸ਼ਰ ਬਣਾਉਂਦੀ ਰਹੀ, ਪੈਸੇ ਲਈ, ਕਦੀ SC ST ਦੀ ਵੀ ਝੂਠੀ ਕੰਪਲੇਂਟਾਂ ਪਾਈਆਂ, ਬਟ ਅਲਟੀਮੇਟਲੀ ਉसी केस 'ਚ ਉਹ ਪੈਸੇ ਲੈ ਕੇ ਹਾਈ ਕੋਰਟ ਤੋਂ ਹਾਂਜੀ ਕੁਐਸ਼ਨ ਕਰਵਾ ਲੈਂਦੀ ਹੈਗੀ ਹੈ ਕੰਪਰੋਮਾਈਜ਼ ਡੀਡ ਦੇ ਬੇਸ ਤੇ। ਹੁਣ ਦੱਸੋ, ਜਿਸ ਕੇਸ 'ਚ ਤੂੰ ਇੱਕ ਪਾਸੇ ਕਹਿ ਰਹੀ ਹੈ ਕਿ ਪੁਲਿਸ ਮੁਲਾਜ਼ਮ ਮੇਰਾ ਕੇਸ ਰਜਿਸਟਰ ਨਹੀਂ ਕਰ ਰਹੇ, ਫਿਰ ਤੂੰ ਔਰ ਉਹਦੇ ਖਿਲਾਫ ਤੂੰ ਪੁਲਿਸ ਕੰਪਲੇਂਟ ਅਥਾਰਟੀ ਜਾ ਰਹੀ ਹੈ, ਠੀਕ ਹੈ ਨਾ, ਤੇ ਉਹਦੇ ਕੀ ਕਹਿੰਦੇ ਫਿਰ ਤੂੰ ਕਿੱਦਾਂ ਕਰ ਲਿਆ, ਕੰਪਰੋਮਾਈਜ਼ ਕਿੱਦਾਂ ਕਰ ਲਿਆ? ਅਗਰ ਸੱਚੀ ਸੀ ਕਿ ਲੜਦੀ, ਇਨਸਾਫ ਲਈ ਲੜਦੀ, ਜਿਹੜੀ ਕੁੜੀਆਂ ਨਾਲ ਸੱਚੀ ਗਲਤ ਹੋਇਆ ਹੋਏਗਾ ਉਹ ਹਮੇਸ਼ਾ ਇਨਸਾਫ ਲਈ ਲੜेंगी, not for money, ਠੀਕ ਹੈ ਨਾ। ਤੇ ਤੁਸੀਂ ਨਿਰਭया ਦੀ ਮਾਂ ਨੂੰ ਅਰਬੋਂ ਕਰੋੜਾਂ ਰੁਪਏ ਦੇ ਦਿੰਦੇ, ਉਹ ਕਦੀ ਵੀ ਨਾ ਮੰਨਦੀ, ਉਹਨੂੰ ਇਨਸਾਫ ਚਾਹੀਦਾ ਸੀ ਆਪਣੀ ਬੇਟੀ ਲਈ। ਬਿਲਕੁਲ। ਤੇ ਜੋ ਇਸ ਹੁਣ ਦਿੱਲੀ ਵਾਲਾ ਕੇਸ ਹੈ ਕ੍ਰਾਈਮ ਬ੍ਰਾਂਚ ਵਾਲਾ, ਇਹ 'ਚ ਕੀ ਹੋਇਆ, ਇਹ 9 ਕੇਸ ਟੋਟਲ ਇਹ ਲੜਕੀ ਨੇ, ਇੱਕ ਵਕੀਲ ਹੈਗਾ ਯਸ਼ਦੇਵ ਸਿੰਘ ਚੌਹਾਨ, ਉਹਦੇ ਨਾਲ ਮਤਲਬ ਕਿ ਉਹ ਕਰਕੇ ਕਨਸਪੀਰੇਸੀ ਕਰਕੇ ਇਹ ਵਿਆਹੇ ਆਦਮੀਆਂ ਨੂੰ ਮਤਲਬ ਕਿ ਯੈਸ। ਫਿਰ ਉਸ ਤੋਂ ਬਾਅਦ ਕੀ ਹੋਇਆ, ਇਹ ਅੜਿੱਕੇ ਚੜ ਗਈ ਇੱਕ ਫੌਜੀ ਦੇ, ਫੌਜੀ ਇਹਨਾਂ ਨੂੰ ਲੈ ਗਿਆ ਸੁਪਰੀਮ ਕੋਰਟ ਤੱਕ, ਠੀਕ ਹੈ। ਉੱਥੇ ਜਾ ਕੇ ਸੁਪਰੀਮ ਕੋਰਟ 'ਚ ਚੀਜ਼ਾਂ ਕਲੀਅਰ ਹੋਈਆਂ, ਕਿਉਂਕਿ ਉਹ ਫੌਜੀ ਨੇ ਵੀ, ਤੁਹਾਨੂੰ ਪਤਾ ਦੇ ਆਰ ਇੰਟੈਲੀਜੈਂਟ, ਉਹਨਾਂ ਨੇ ਸਾਰੀ ਰਿਸਰਚ ਕੀਤੀ ਇਹਨਾਂ ਦੀ, ਤੇ ਪਤਾ ਲੱਗਿਆ ਕਿ ਟੋਟਲ 9 ਕੇਸ ਕੀਤੇ ਹੋਏ ਸੀਗੇ ਯੂਰ ਰੇਪ ਦੇ 3 ਤੇ ਕਿਸੇ ਹੋਰ ਲੋਕਾਂ ਦੇ ਖਿਲਾਫ, ਤੇ 6 ਸੀਗੇ ਸੈਕਸੁਅਲ ਅਸੌਲਟ ਵਗੈਰਾ ਦੇ, ਮਤਲਬ ਅਲੱਗ-ਅਲੱਗ ਬੰਦੇ ਇੰਨੇ ਸ਼ਿਕਾਰ ਬਣਾਏ ਸੀ। ਐਗਜ਼ੈਕਟਲੀ। ਫਿਰ ਉਹਨੇ ਫੌਜੀ ਨੇ ਉੱਥੇ ਜਾ ਕੇ ਸੁਪਰੀਮ ਕੋਰਟ 'ਚ ਸਭ ਕੁਝ ਐਕਸਪੋਜ਼ ਕਰ ਦਿੱਤਾ। ਉਹ ਕੀ ਹੋਇਆ, ਉਹਨਾਂ ਨੇ ਸੁਪਰੀਮ ਕੋਰਟ ਨੇ ਕੁਐਸ਼ਨ ਕਰ ਦਿੱਤੀ FIR ਦੀ, ਬਟ ਦੈਟ ਵਾਸ ਅ ਟਰਨਿੰਗ ਪੁਆਇੰਟ। ਉਹ ਕੀ ਹੋਇਆ, ਉਹਨਾਂ ਨੇ ਸੁਪਰੀਮ ਕੋਰਟ ਵਾਲਿਆਂ ਨੇ ਉਸ ਲੜਕੀ ਦੇ ਖਿਲਾਫ ਤੇ ਉਹਦੇ ਨਾਲ ਜਿਹੜਾ ਵਕੀਲ ਸੀਗਾ ਯਸ਼ਦੇਵ ਸਿੰਘ ਚੌਹਾਨ, ਉਹਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਐਕਸਟੋਰਸ਼ਨ ਦਾ। ਉਹ ਕਿਵੇਂ ਸਾਬਤ ਕਿਵੇਂ ਹੋਇਆ ਹੋਊਗਾ ਵੀ ਐਡਵੋਕੇਟ ਤੁਸੀਂ ਦੱਸ ਰਹੇ ਹੋ ਯਸ਼ ਚੌਹਾਨ ਜਿਹੜਾ ਉਸਦੇ ਨਾਲ ਸੀਗਾ, ਉਹ ਕਿਵੇਂ ਐਡਵੋਕੇਟ ਵੀ ਨਾਲ ਮਿਲਿਆ ਸੀ ਮਤਲਬ ਲੜਕੀ ਦੇ? ਸਰ ਇਹ ਜਿਹੜੇ ਕੇਸਿਸ ਹੁੰਦੇ ਆ ਮੋਸਟਲੀ ਮੈਂ ਜੋ ਆਪਣੀ ਲਾਈਫ 'ਚ ਦੇਖੇ ਹੈਗੇ ਆ, ਮੈਂ 2021 ਤੋਂ ਦੇਖਦੀ ਆ ਰਹੀ ਹਾਂ, ਤੇ ਵਕੀਲਾਂ ਦੀ ਸ਼ਾਇਦ ਤੋਂ ਬਿਨਾਂ ਨਹੀਂ ਇਹ ਹੁੰਦੇ ਐਕਸਟੋਰਸ਼ਨ ਵਾਲੇ। ਲੜਕੀ ਇਕੱਲੀ ਕੁੜੀ ਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਕਿਸੇ ਬੰਦੇ ਨੂੰ ਆਪਣਾ ਸ਼ਿਕਾਰ ਬਣਾਏ, ਠੀਕ ਹੈ, ਉਹਨੂੰ ਬਲੈਕਮੇਲ ਕਰੇ, ਉਹਦੇ ਨਾਲ ਕੋਈ ਨਾ ਕੋਈ 3-4 ਜਣੇ ਹੁੰਦੇ ਹੀ ਆ। ਹੁਣ ਆਈ ਥਿੰਕ ਗੁੜਗਾਉਂ ਦਾ ਵੀ ਇੱਕ ਕੇਸ ਹੈਗਾ, ਉਹ 'ਚ ਤਾਂ ਕੀ ਕਹਿੰਦੇ ਨੇ ਇੱਕ ਐਡਵੋਕੇਟ ਸੀਗੀ, ਉਸਦਾ ਹਸਬੈਂਡ ਸੀਗਾ ਲਾਇਰ, ਉਹ ਵੀ। ਦੈਨ ਇੱਕ ਕਾਨਪੁਰ ਦਾ ਵੀ ਸੇਮ ਸੀਗਾ, ਲਾਇਰਸ ਨੇ ਇੱਕ ਮਤਲਬ ਕਿ ਉਹ ਬਣਾਇਆ। ਕਰਨਾਲ ਦਾ ਕੇਸ ਹੈਗਾ, ਇੱਕ ਗੈਂਗ ਬਣਾਇਆ ਹੋਇਆ, ਉਹਨਾਂ ਕੋਲ ਕੇਸ ਨਹੀਂ ਹੈ, ਦੇ ਆਰ ਨੋਟੋਰੀਅਸ ਐਜ਼ ਅ ਬਰੀਫਲੈਸ ਲਾਇਰ। ਉਹ ਕੀ ਕਰਦੇ, ਆਪਣੇ ਨਾਲ ਇਹੋ ਜਿਹੀ ਕੁੜੀਆਂ ਰੱਖਦੇ ਆ ਜੋ ਬਿਨਾਂ ਝਿਜਕ ਤੋਂ ਵਿਆਹੇ ਹੋਏ ਆਦਮੀ ਨਾਲ ਰਿਲੇਸ਼ਨ ਰੱਖਦੀਆਂ, ਠੀਕ ਹੈ, ਵਿਦ ਕੰਸੈਂਟ, ਤੇ ਫਿਰ ਉਸ ਤੋਂ ਬਾਅਦ ਆਪਣਾ ਸੈਕਸ ਐਕਸਟੋਰਸ਼ਨ ਵਾਲਾ ਜੋ ਆਪਣਾ ਕੰਮ ਚਲਾਉਂਦੀ ਹੈਗੀ, ਉਹਨਾਂ ਨੂੰ ਬਲੈਕਮੇਲ ਕਰਦੀ ਹੈਗੀਆਂ ਕਿ ਪੈਸੇ ਕੱਢ, ਨਹੀਂ ਤਾਂ ਪਰਚਾ ਪਾਵਾਂਗੇ। ਪਰਚਾ ਪੈ ਜਾਂਦਾ ਹੈ ਤੇ ਉੱਥੇ ਉਸ ਤੋਂ ਬਾਅਦ ਉਹ ਵੀ ਬੰਦਾ ਥੱਕ ਜਾਂਦਾ ਹੈ ਕਿ ਮੈਂ ਕਿੱਥੇ ਲੜੂੰਗਾ ਕੇਸ, ਠੀਕ ਹੈ। ਫਿਰ ਉਹ ਕੰਪਰੋਮਾਈਜ਼ ਡੀਡ ਤੇ ਜਾਂਦੀ ਹੈ ਕਿ ਕੁਐਸ਼ਨ ਕਰਵਾਉਂਦੀ ਹੈ। ਪਰ ਇਹ 'ਚ ਜਿੱਥੋਂ ਕਿਤੇ ਬੰਦਾ ਇਨਸਾਫ ਲੈਣ ਲਈ ਆਂਦਾ, ਐਡਵੋਕੇਟਸ ਕੋਲ ਆਂਦਾ ਹੈ, ਪਰ ਕੁਝ ਕੁ ਐਡਵੋਕੇਟ ਕਹਿ ਦਈਏ ਕਾਲੀਆਂ ਭੇਡਾਂ ਜਿਹੜੀ ਇਹੋ ਜਿਹੇ ਮਤਲਬ ਕੰਮਾਂ 'ਚ ਵੜ ਚੁੱਕੇ ਨੇ। ਇਹ ਚਾਹੀਦਾ ਨਹੀਂ ਆ ਵੀ ਬਾਰ ਐਸੋਸੀਏਸ਼ਨ ਆਫ ਇੰਡੀਆ ਨੂੰ ਨਹੀਂ ਚਾਹੀਦਾ ਹੈਗਾ ਵੀ ਇਹੋ ਜਿਹੇ ਕੰਮ ਤੇ ਨੱਥ ਪਾਈ ਜਾਵੇ? ਸਰ ਮੈਂ ਬੜੀ ਆਵਾਜ਼ ਚੱਕੀ ਸੀਗੀ ਇਸ ਚੀਜ਼ ਦੇ ਖਿਲਾਫ। ਮੈਂ ਜਦ ਪਹਿਲੀ ਵਾਰ ਫੜੇ, ਮੈਨੂੰ ਨਹੀਂ ਪਤਾ ਸੀ ਇਹ ਚੀਜ਼ਾਂ ਚੱਲਦੀ ਪਈਆਂ ਸੀਗੀਆਂ, ਤੇ ਮੈਂ ਅਚਾਨਕ ਮੇਰੇ ਕੋਲ ਇੱਕ ਕੇਸ ਆ ਗਿਆ। ਇੱਕ ਬਜ਼ੁਰਗ ਵਕੀਲ ਸੀਗਾ, ਉਹਨੂੰ ਇੱਕ ਬੰਗਾਲ ਦੀ ਸੀਗੀ ਕੋਈ
ਵਕੀਲ ਨਹੀਂ ਤੇ ਬਿਲਕੁਲ। ਇੱਕ ਗੁਜਰਾਤ ਦੀ ਸੀਗੀ ਕੁੜੀ ਬਿਲकुल। ਤੇ ਮੈਨੂੰ ਬੰਗਾਲਨ ਨੇ ਜਿਹੜੀ ਸੀਗੀ ਕੁੜੀ ਉਹਨੇ ਮੈਨੂੰ ਅਪਰੋਚ ਕੀਤਾ ਕਿ ਦੀਦੀ ਹਮਾਰੇ यहाँ पे ऐसे ਕੋਈ ਵਕੀਲ ਹੈ 72 ਸਾਲ ਦਾ ਉਹ ਏਦਾਂ ਦਾ ਮੇਰੀ ਸਹੇਲੀ ਨੂੰ ਕਰਦਾ ਪਿਆ ਗਰੀਬ ਘਰ ਤੋਂ ਸੀਗੀ ਮੈਨੂੰ ਬੜਾ ਤਰਸ ਆਇਆ ਮੈਂ ਪਹਿਲਾਂ ਉਸ ਟਾਈਮ ਤੱਕ ਫਸਟ ਟਾਈਮ ਮੈਂ ਦੇਖ ਰਹੀ ਸੀਗੀ ਮੈਂ ਮੇਰੇ ਸੋਚ ਉਸ ਟਾਈਮ ਇਹ ਆਈ ਕਿ ਕੋਈ ਮਜਬੂਰੀਆਂ ਹੁੰਦੀ ਕਿ ਕੁੜੀ ਵੈਸ਼ਿਆ ਵੀ ਨਹੀਂ ਵੈਸ਼ਿਆ ਬੰਦੀ ਠੀਕ ਹੈ ਨਾ ਤੇ ਫਿਰ ਮੈਂ ਜਦੋਂ ਉਹ ਕੁਛ ਮਤਲਬ ਕਿ ਲਾਇਰ ਨੂੰ ਮੈਂ ਚੰਗੀ ਤਰ੍ਹਾਂ ਡਰਿਲ ਕੀਤਾ ਦੈਨ ਉਹ ਕੁੜੀਆਂ ਨੂੰ ਕੀਤਾ ਦੈਨ ਆਈ ਕੇਮ ਟੂ ਦ ਕਨਕਲੂਜਨ ਇਹ ਤਾਂ ਦਿਸ ਇਜ਼ ਅ ਸੈਕਸ ਐਕਸਟੋਰਸ਼ਨ ਕਿਉਂਕਿ ਉਹਨੇ ਵਕੀਲ ਨੇ ਮੈਨੂੰ ਕਿਹਾ ਬਜ਼ੁਰਗ ਵਕੀਲ ਨੇ ਕਿ ਇਹਨਾਂ ਕੁੜੀਆਂ ਦੇ ਕੋਲ ਮੇਰੀ ਨਿਊਡ ਵੀਡੀਓ ਹੈ ਤੇ ਉਹ ਕਹਿੰਦਾ ਕਿ ਤੁਸੀਂ ਮੇਰਾ ਕੀ ਕਹਿੰਦੇ ਟੈਸਟ ਕਰਵਾ ਲਓ ਮੈਂ ਤਾਂ ਰੇਪ ਕਰ ਹੀ ਨਹੀਂ ਸਕਦਾ ਤੇ ਪਹਿਲਾਂ ਤਾਂ ਮੈਨੂੰ ਚਾੜਿਆ ਵਕੀਲ ਨੂੰ ਕਿ ਤੂੰ ਕਰ ਕੀ ਰਿਹਾ ਕਿ ਤੂੰ ਇੰਨੀ ਉਮਰ ਦਾ ਹੈ ਠੀਕ ਹੈ ਨਾ ਤੂੰ ਕੀ ਕਹਿੰਦੇ ਨੇ ਇਹ ਕੀ ਕੋਰਟ ਹੈ ਕਿ ਕੰਜਰਖਾਨਾ ਜੋ ਇਹ ਚੀਜ਼ ਮਤਲਬ ਇੱਥੇ ਚੱਲ ਰਹੀ ਹੈਗੀ ਹੈ ਤੇ ਸਰ ਐਕਚੁਅਲੀ ਕੀ ਹੋਇਆ ਜੋ ਉਹਦੇ ਮਤਲਬ ਕਿ ਕੁੜੀਆਂ ਨੂੰ ਸਪੋਰਟ ਕਰ ਰਿਹਾ ਸੀ ਇੱਕ ਵਕੀਲ ਉਸ ਤੇ ਮਤਲਬ ਕਿ ਇਹ ਕਹਿੰਦੇ ਸਪੋਰਟਰ ਕਹਿ ਲਓ ਉਹ ਬੈਠੇ ਹੋਏ ਸੀ ਬਾਰ ਕੌਂਸਲ 'ਚ ਤੇ ਹੁਣ ਤੁਸੀਂ ਸੋਚੋ ਜਦ ਪ੍ਰਿੰਸੀਪਲ ਐਦਾਂ ਹੈ ਤੇ ਟੀਚਰਸ ਤੇ ਸਟੂਡੈਂਟਸ ਦਾ ਕੀ ਹਾਲ ਹੋਏਗਾ ਇਹ ਕਿੱਧਰ ਨੂੰ ਐਕਚੁਅਲੀ ਸਾਡਾ ਸਮਾਜ ਜਾ ਕਿੱਧਰ ਨੂੰ ਰਿਹਾ ਲੋਕ ਅੱਜ ਕੱਲ ਵਿਆਹ ਕਰਾਉਣ ਤੋਂ ਵੀ ਡਰਦੇ ਮੈਡਮ ਐਕਚੁਅਲੀ ਕੁੜੀਆਂ ਨੇ ਹੁਣ ਤੁਸੀਂ 2 ਮਹੀਨੇ ਪਹਿਲਾਂ ਇੱਕ ਰਾਕੇਸ਼ ਮਿਸ਼ਰਾ ਕਰਕੇ ਹੈਗਾ ਰਾਹੁਲ ਮਿਸ਼ਰਾ ਕਰਕੇ ਇੱਕ ਲੜਕਾ ਸੀਗਾ ਵਾਰਾਣਸੀ ਦਾ ਉਹਨੇ ਚਲਦੀ ਬਾਈਕ ਤੇ ਆਪਣੀ ਇੱਕ ਲਾਸਟ ਵੀਡੀਓ ਬਣਾਈ ਕਿ ਮੈਂ ਆਪਣੀ ਵਾਈਫ ਨੂੰ ਬਹੁਤ ਪਿਆਰ ਕਰਦਾ ਸੀਗਾ ਤੇ ਮੇਰੀ ਵਾਈਫ ਨੇ ਮੇਰੇ ਉੱਤੇ ਡੋਰੀ ਦੇ ਲਾਜ਼ ਅੰਡਰ ਕੇਸ ਪਾਤਾ 498 ਦਾ ਪਾਤਾ ਮੈਂ ਆਪਣੇ ਬੱਚੇ ਨੂੰ ਦੇਖਣਾ ਚਾਹੁੰਦਾ ਮੈਨੂੰ ਬੱਚੇ ਨੂੰ ਮਿਲਣ ਨਹੀਂ ਦਿੰਦੀ ਤੇ ਆਪਣੇ ਬॉयਫ੍ਰੈਂਡ ਦੇ ਨਾਲ ਰਹਿੰਦੀ ਹੈ ਉਹੀ ਰੁਪਿੰਦਰ ਕੌਰ ਵਾਲਾ ਟਾਈਪ ਦਾ ਕੇਸ ਠੀਕ ਹੈ ਤੇ ਉਹਨੇ ਵਿਚਾਰੇ ਨੇ ਸੁਸਾਈਡ ਕਮਿਟ ਕਰ ਲਿਆ ਅਤੁਲ ਸੁਭਾਸ਼ ਦਾ ਵੀ ਕੇਸ ਸੀਗਾ ਜਿਹਨੇ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਸੀਗਾ ਕਿ ਮੈਨੂੰ ਮੇਰੀ ਵਾਈਫ ਬਹੁਤ ਹੈਰਾਸ ਕਰ ਰਹੀ ਹੈ ਕਿ ਉਹਦਾ ਪਰਿਵਾਰ ਬਹੁਤ ਹੈਰਾਸ ਕਰ ਰਿਹਾ ਹੈਗਾ ਤੇ ਉਹਨੇ ਵੀ ਵਿਚਾਰੇ ਨੇ ਸੁਸਾਈਡ ਕਮਿਟ ਕਰ ਲਿਆ ਹੁਣ ਮੈਨੂੰ ਦੱਸੋ ਇਹ ਮਿਸਯੂਜ਼ ਆਫ ਲਾਅ ਨਹੀਂ ਹੈ ਫਿਰ ਉਹੀ ਤਾਂ ਕਹਿ ਰਿਹਾ ਵੀ ਕਾਨੂੰਨ ਦਾ ਮਿਸਯੂਜ਼ ਹੋ ਰਿਹਾ ਕੁੜੀਆਂ ਮਤਲਬ ਫਾਇਦਾ ਚੱਕ ਰਹੀਆਂ ਵੀ ਕਿਉਂਕਿ ਉਹਨਾਂ ਦੇ ਹੱਕ 'ਚ ਕਾਨੂੰਨ ਬਣਿਆ ਹੋਇਆ ਹੈ ਚਾਹੀਦਾ ਨਹੀਂ ਹੈਗਾ ਵੀ ਮੁੰਡਿਆਂ ਦੇ ਹੱਕ 'ਚ ਵੀ ਕਾਨੂੰਨ ਬਣੇ ਕਿਉਂਕਿ ਮੁੰਡੇ ਜ਼ਿਆਦਾਤਰ ਬਹੁਤ ਲੜਕੇ ਆ ਕਈ ਤਾਂ ਦੱਸ ਹੀ ਨਹੀਂ ਪਾਉਂਦੇ ਵੀ ਮੇਰੀ ਵਾਈਫ ਮੇਰੇ ਨਾਲ ਇਦਾਂ ਕਰ ਰਹੀ ਹੈ ਵੀ ਮੈਨੂੰ ਬਲੈਕਮੇਲ ਕਰ ਰਹੀ ਹੈ ਮੈਨੂੰ ਧਮਕਾ ਰਹੀ ਹੈ ਵੀ ਤੇਰੇ ਤੇ ਕੇਸ ਪਾ ਦੂੰਗੀ ਇਦਾਂ ਕਰ ਦੂੰਗੀ ਉਦਾਂ ਕਰ ਦੂੰਗੀ ਬਹੁਤ ਲੋਕ ਸੁਸਾਈਡ ਕਰ ਰਹੇ ਆ सर देखो मैं पहले भी कैसी एक बार की जिदा वुमेन कमीशन बनी हुई है सेम मैन कमीशन भी बनना चाहिए हालांकि इस बार जो सैशन होया सी प्रपोजल रखा गया है इसलिए कि मैन कमीशन होना चाहिए क्योंकि जिदा दे केसेस आ रहे हैं हुण अपने पंजाब दी जेड़ा महिला कमीशन है उन्हां दे एग्जैक्टली वो बिल्कुल वीडियोग्राफी ते उन्हां दे तुसीं देखना तो उन्हां दी वीडियोस आंदी होनी है जिथे औरत गलत है उत्थे औरत नूं भी गलत कहंदी है ठीक है ना जिथे बंदा गलत है वो तो पुलिस मुलाजम तक नूं नहीं छड्डदी कि तू की कहंदे ने रिपोर्ट क्यों नहीं लेके आया क्यों नहीं उत्थे पेश होया चाहे तुसीं हाई कोर्ट भी प्रेजेंट हो क्या ये कोर्ट नहीं है ते ਇਹੋ ਜਿਹੀ ਸਖਤ ਮਤਲਬ ਕਿ ਲੋਕਾਂ ਦੀ ਲੋੜ ਹੈ ਸਾਨੂੰ ਤੇ ਮੈਨ ਕਮਿਸ਼ਨ ਚ ਵੀ ਇਹੋ ਜਿਹੀ ਮਤਲਬ ਕਿ ਕਹਿੰਦਾ ਵੂਮਨ ਕਮਿਸ਼ਨ ਦੀ ਚੇਅਰਪਰਸਨ ਹੋਣੀ ਚਾਹੀਦੀ ਹੈ ਤਾਂ ਕਿ ਕਿਉਂਕਿ ਉਹ ਫੜ ਲੈਣਗੀਆਂ ਕਿ ਹਾਂ ਵੀ ਇਹ ਗਲਤ ਜਾਂ ਝੂਠ ਕੇਸ ਆਇਆ ਕਿ ਸੱਚਾ ਕੇਸ ਆਇਆ ਦੇਖੋ ਐਸਾ ਤਾਂ ਫਿਰ ਕੀ ਕਹਿੰਦੇ ਨੇ ਉਹੀ ਹਾਈ ਕੋਰਟ ਦਾ ਵੀ ਇੱਕ ਕੇਸ ਸੀਗਾ ਏਦਾਂ ਹੀ ਉਹਤੇ ਕੀ ਹੋਇਆ ਕਿ ਪ੍ਰਧਾਨ ਸੀਗਾ ਪਹਿਲਾਂ ਦਾ ਤੇ ਉਹਨੇ ਇੱਕ ਮਤਲਬ ਕਿ ਲੇਡੀ ਐਡਵੋਕੇਟ ਨੂੰ ਮਨਾ ਕਾਫੀ ਹਾਈਲਾਈਟ ਹੋਇਆ ਸੀ ਮਾਮਲਾ ਬਿਲਕੁਲ ਉਹਨੇ ਇੱਕ ਲੇਡੀ ਐਡਵੋਕੇਟ ਨੂੰ ਸਿਰਫ ਇਹ ਕਿਹਾ ਸੀ ਕਿ ਐਗਜ਼ੈਕਟਿਵ ਰੂਮ ਹੁੰਦਾ ਸਾਡਾ ਉਹ ਤੇ ਸਿਰਫ ਐਗਜ਼ੈਕਟਿਵ ਮੈਂਬਰਸ ਲਈ ਹੁੰਦਾ ਹੈ ਉਹ ਉਹਨਾਂ ਦੀ ਪਹਿਲਾਂ ਦੀ ਚਲਦੀ ਹੋਣੀ ਕੋਈ ਜਾਂ ਕੋਲਡ ਵਾਰ ਕਹਿ ਲੋ ਉਹਨੇ ਇੱਕ ਦਿਨ ਕਹਿਤਾ ਕਿ ਇੱਥੇ ਬੈਠ ਕੇ ਕਾਫੀ ਨਾ ਪੀਆ ਕਰ ਠੀਕ ਹੈ ਨਾ ਐਗਜ਼ੈਕਟਿਵ ਮੈਂਬਰਸ ਲਈ ਉਹ ਰੂਮ ਹੈਗਾ ਬਿਲਕੁਲ ਨੈਕਸਟ ਡੇ ਵੈਰੀ ਨੈਕਸਟ ਡੇ ਉਹਨੇ ਸਾਰੇ ਪਾਸੇ ਵਾਇਰਲ ਕਰ ਦਿੱਤੀ ਕੰਪਲੇਂਟ ਕਿ ਇਹ ਮੈਨੂੰ ਸੈਕਸੁਅਲ ਹਰਾਸਮੈਂਟ ਕਰ ਰਿਹਾ ਕਿ ਮੈਨੂੰ ਕਾਫੀ ਲਈ ਮਨਾ ਕਰ ਦਿੱਤਾ ਹੁਣ ਤੁਸੀਂ ਮੈਂ ਇਸ ਚੀਜ਼ ਦਾ ਤੁਹਾਡੇ ਤੋਂ ਇੱਕ ਮਤਲਬ ਕਿ ਜਵਾਬ ਪੁੱਛਦੀ ਹਾਂ ਇੱਕ ਸਵਾਲ ਮੈਂ ਜੋ ਕਰਨ ਜਾ ਰਹੀ ਹਾਂ ਮੈਂ ਇੱਕ ਕੋਰਟ ਰੂਮ 'ਚ ਜਾ ਰਹੀ ਹਾਂ ਜੱਜ ਸਾਹਿਬ ਬੈਠੇ ਆ ਮੈਂ ਕਾਫੀ ਦਾ ਮਤਲਬ ਮੇਰੇ ਹੱਥ 'ਚ ਕਾਫੀ ਹੈ ਕੱਪ ਹੈ ਤੇ ਮੈਂ ਬੈਗੀ ਤੇ ਜੱਜ ਸਾਹਿਬ ਕੀ ਕਹਿਣਗੇ ਮੈਨੂੰ ਮੈਮ ਪਲੀਜ਼ ਲੀਵ ਦਾ ਰੂਮ ਟਰਾਈ ਟੂ ਮੇਨਟੇਨ ਦਾ ਡੈਕੋਰੇਟਿਵ ਆਫ ਦਿਸ ਕੋਰਟ ਠੀਕ ਹੈ ਨਾ ਤੇ ਕਿ ਮੈਂ ਉਸ ਤੋਂ ਬਾਅਦ ਜੱਜ ਸਾਹਿਬ ਦੇ ਉੱਤੇ ਕਿ ਇਹ ਇਲਜ਼ਾਮ ਲਗਾਉਂਦਾ ਕਿ ਇਹਨਾਂ ਨੇ ਮੇਰੇ ਸੈਕਸੁਅਲ ਹਰਾਸਮੈਂਟ ਕੀਤਾ ਇਹ ਤਾਂ ਮਿਸਯੂਜ਼ ਆਫ ਹੋ ਗਿਆ ਨਾ ਕਿ ਤੁਸੀਂ ਕੁੜੀ ਹੋਣ ਦਾ ਫਾਇਦਾ ਚੱਕ ਰਹੇ ਹੋ ਪਰ ਕਿਤੇ ਨਾ ਕਿਤੇ ਮੈਡਮ ਤੁਹਾਨੂੰ ਇਦਾਂ ਨਹੀਂ ਲੱਗਦਾ ਹੈਗਾ ਵੀ ਪੁਲਿਸ ਅਫਸਰਾਂ ਕੋਲ ਜਿਨ੍ਹਾਂ ਕੋਲ ਕੰਪਲੇਂਟਾਂ ਜਾਂਦੀਆਂ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹਦੇ ਨਾਲ ਕੁਝ ਕੁੜੀ ਨਾਲ ਗਲਤ ਹੋਇਆ ਕਿ ਨਹੀਂ ਹੋਇਆ ਸਰ ਪਤਾ ਹੁੰਦਾ ਹੁਣੀ ਮੇਰੇ ਕੋਲ ਇੱਕ ਕੇਸ ਆਇਆ ਸੀਗਾ 10 ਦਿਨ ਪਹਿਲਾਂ ਇਮੀਗ੍ਰੇਸ਼ਨ ਵਾਲਾ ਤੇ ਉਹ ਚ ਕੀ ਹੋਇਆ ਕਿ ਕੁੜੀ ਨੇ ਮੈਨੂੰ ਮਤਲਬ ਕਿ ਕਿਸੇ ਦੇ ਵਾਇਆ ਕਾਲ ਕੀਤਾ ਕਿ ਮੈਨੂੰ ਇਮੀਗ੍ਰੇਸ਼ਨ ਕੰਪਨੀ ਨੇ ਦੁਬਈ ਭੇਜਿਆ ਤੇ ਦੁਬਈ ਉੱਥੇ ਭੇਜ ਕੇ ਮੈਨੂੰ ਉਧਰੋਂ ਕਹਿ ਰਹੇ ਕਿ ਇਮੀਗ੍ਰੇਸ਼ਨ ਕੰਪਨੀ ਨੇ ਇੱਕ ਦੇ ਵਪਾਰ ਚ ਪਾ ਦਿੱਤਾ ਠੀਕ ਹੈ ਮੈਂ ਬੜੀ ਹੈਰਾਨ ਹੋ ਗਈ ਕਿ ਚੰਡੀਗੜ੍ਹ ਦੀ ਇਮੀਗ੍ਰੇਸ਼ਨ ਕੰਪਨੀ ਇਹੋ ਜਿਹਾ ਕੰਮ ਕਰ ਰਹੀ ਹੈ ਕਿ ਸਾਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੈ ਤੋ ਮੈਂ ਜਦ ਥਾਣੇ ਪਹੁੰਚੀ ਤੇ ਜਦ ਮੈਂ ਆਈਓ ਨੂੰ ਮਿਲੀ ਤੇ ਜਦ ਉਹ ਕੁੜੀ ਨਾਲ ਮੇਰੀ ਮੈਂ ਉੱਥੇ ਕੁੜੀ ਨੂੰ ਮਿਲੀ ਉਸੇ ਥਾਣੇ 'ਚ ਤੇ ਉਹੀ ਕੁਐਸਚਨਸ ਵਗੈਰਾ ਆਪੇ ਪੁੱਟ ਕੀਤੇ ਠੀਕ ਹੈ ਨਾ ਗ੍ਰਿਲਿੰਗ ਹੋਈ ਤੇ ਦੈਨ ਆਈ ਕੇਮ ਟੂ ਨੋ ਫਰੋਮ ਦੀ ਪੁਲਿਸ ਆਫਿਸਰ ਕਿ ਝੂਠ ਬੋਲ ਰਹੀ ਸੀ ਤੇ ਦੇਖੋ ਇਹ ਗਲਤ ਹੈ ਨਾ ਕਿ ਪੈਸੇ ਕਢਵਾਉਣ ਲਈ ਤੁਸੀਂ ਮਤਲਬ ਬੰਦੇ ਤੇ ਕੋਈ ਵੀ ਇਲਜ਼ਾਮ ਲਗਾ ਸਕਦੇ ਹੋ ਹੁਣ ਦੇਖੋ ਉਹੀ ਤੁਸੀਂ ਵਿਆਹ ਵਾਲੀ ਗੱਲ ਕਰ ਰਹੇ ਹੋ ਮੈਂ ਉਹੀ ਕਹਿੰਦੀ ਹੁੰਨੀ ਆ ਕਿ ਅੱਜ ਕੱਲ ਦਾ ਇਹ ਟਾਈਮ ਆ ਚੁੱਕਿਆ ਹੈਗਾ ਕਿ ਜਵਾਈਆਂ ਲੈ ਕੇ ਆਉਣ ਦਾ ਇੰਨਾ ਡਰ ਨਹੀਂ ਜਿੰਨਾ ਨੂੰਹਾਂ ਲੈ ਕੇ ਆਉਣ ਦਾ ਡਰ ਹੋਇਆ ਪਿਆ ਕਿ ਪਤਾ ਕਿ ਹਾਂ ਵੀ ਸਾਨੂੰ ਟੰਗ ਦੇਗੀ
ਮਾਪਿਓ ਤੱਕ ਨੂੰ ਜੇਲ੍ਹਾਂ 'ਚ ਪਹੁੰਚਾ ਦਿੰਦੇ। ਐਗਜ਼ੈਕਟਲੀ, ਉਹ ਵਿਚਾਰੇ ਖੜੇ ਵੀ ਨਹੀਂ ਹੋ ਪਾਉਂਦੇ ਸਿੱਧੇ, ਠੀਕ ਹੈ ਨਾ, ਵਿਚਾਰੇ ਟੰਗਾਂ ਨਹੀਂ ਚੱਲਦੀਆਂ ਹੈਗੀਆਂ, ਉਹਨਾਂ ਨੂੰ ਵੀ 498 ਵਾਲੇ ਕੇਸ 'ਚ ਉਹ ਕਰ ਦਿੰਦੇ, ਅੰਦਰ ਕਰਵਾ ਦਿੰਦੇ ਆ। ਇੱਕ ਇਸ 'ਚ ਹੋਰ ਮਿਸ਼ੂ ਮੈਮ ਗੱਲ ਸਾਹਮਣੇ ਆਈ ਹੈ ਵੀ ਕਿਸੇ ਕੋਰਟ 'ਚ ਦੇਖਿਆ ਗਿਆ ਸੀ, ਮੈਂ ਨਾਮ ਨਹੀਂ ਲੈਂਦਾ ਉਸ ਜਗ੍ਹਾ ਦਾ, ਇੱਕ ਹਸਬੈਂਡ ਤੇ ਵਾਈਫ ਦਾ ਆਪਸੀ ਡਿਸਪਿਊਟ ਹੋਇਆ, ਉਹਨਾਂ ਦਾ 16-17 ਸਾਲ ਦਾ ਬੱਚਾ ਸੀ, ਹਸਬੈਂਡ ਅਲੱਗ ਰਹਿਣ ਲੱਗ ਗਿਆ, ਵਾਈਫ ਅਲੱਗ ਕਿਤੇ ਹੋਰ ਰਹਿਣ ਲੱਗ ਗਈ, ਬੱਚਾ ਅਲੱਗ ਮੁੰਡਿਆਂ ਦੇ ਨਾਲ ਪੀਜੀ 'ਚ ਰਹਿਣ ਲੱਗ ਗਿਆ। ਦੋਸਤੋ ਮਾਪਿਓ ਤਾਂ ਜਿਹੜੇ ਮੀਆਂ ਬੀਬੀ ਆ ਉਹ ਤਾਂ ਅਲੱਗ-ਅਲੱਗ ਹੋ ਗਏ, ਉਹਨਾਂ ਨੇ ਕੋਰਟ 'ਚ ਕੇਸ ਪਾਤਾ ਵੀ ਅਸੀਂ ਡਿਵੋਰਸ ਲੈਣਾ ਕਿ ਨਹੀਂ ਲੈਣਾ, ਜੋ ਵੀ ਪ੍ਰੋਸੀਜਰ ਆ ਉਹ ਚੱਲ ਰਿਹਾ, ਪਰ ਬੱਚੇ ਦੀ ਲਾਈਫ ਖਰਾਬ ਹੋ ਰਹੀ ਹੈ, ਬੱਚਾ ਗਲਤ ਸੁਸਾਇਟੀ 'ਚ ਪੈ ਜਾਂਦਾ ਹੈ, ਬੱਚੇ ਦੇ ਉੱਪਰ ਵੀ ਕਹਿੰਦੇ ਲੜਾਈ ਝਗੜੇ ਦੀ FIRs ਦਰਜ ਹੋ ਰਹੀਆਂ ਨੇ, ਬੱਚਾ ਡਰੱਗ ਲੈ ਰਿਹਾ, ਕੌਣ ਜ਼ਿੰਮੇਦਾਰ ਹੈ? ਕਿਉਂਕਿ ਬੱਚਿਆਂ ਦਾ ਤਾਂ ਅੱਗੇ ਭਵਿੱਖ ਖਤਮ ਹੋ ਰਿਹਾ, ਜਾਂ ਤਾਂ ਬੱਚਾ ਜੰਮੋ ਹੀ ਨਾ ਤੁਸੀਂ। ਐਕਚੁਅਲੀ ਜਿਹੜੇ ਡਿਵੋਰਸ ਕੇਸਿਸ ਜਿਵੇਂ ਮੋਸਟਲੀ ਦੇਖੇ, ਜਿਹੜੇ ਘਰ ਟੁੱਟ ਜਾਂਦੇ ਆ ਨਾ, ਬੱਚੇ ਮੈਂਟਲੀ ਇੰਨੇ ਨਹੀਂ ਸਟੇਬਲ ਹੁੰਦੇ, ਇਹ ਗੱਲ ਮੰਨਣੀ ਪੈਣੀ ਹੈ। ਮਤਲਬ ਇਟਸ ਅ ਬੱਚਿਆਂ ਦੀ ਸਟੱਡੀ, ਲਾਈਫ ਹੀ ਖਰਾਬ ਹੋ ਜਾਂਦੀ ਯਾ ਇਟਸ ਅ ਸਟੱਡੀ, ਮੈਂ ਨਹੀਂ ਕਹਿ ਰਹੀ, ਇੱਕ ਤੁਸੀਂ ਸਾਈਕੋਲੋਜੀ ਉਹਦਾ ਦੇਖੋ, ਤੇ ਬੱਚਿਆਂ ਦੇ ਦੇਖੋ, ਮਾਪਿਓ ਦਾ ਅਲੱਗ ਹੋਣਾ ਬੱਚਿਆਂ ਦੇ ਦਿਮਾਗ ਤੇ ਬਹੁਤ ਭਾਰੀ ਅਸਰ ਹੁੰਦਾ ਹੈ, ਤੇ ਉਹ ਕੀ ਕਹਿੰਦੇ ਨੇ, ਮਾਪਿਓ ਨੂੰ ਲੜਦਾ ਦੇਖਦਾ ਤਦ ਵੀ ਉਹਦੇ ਦਿਮਾਗ ਤੇ ਅਸਰ ਪੈ ਰਿਹਾ ਹੁੰਦਾ ਕਿ ਮੇਰੇ ਘਰ ਹੋ ਕੀ ਰਿਹਾ, ਠੀਕ ਹੈ ਨਾ। ਜਿਹੜੇ ਉਹ ਕਰੀਅਰ ਮੇਕਿੰਗ ਈਅਰਸ ਹੁੰਦੇ, ਪੜਨ ਦਾ ਟਾਈਮ ਹੁੰਦਾ ਹੈ, ਉਹ ਘਰ ਦੇ ਮਤਲਬ ਕਿ ਕੋਰਟਾਂ 'ਚ ਵਿਟਨੈਸ ਦੇਖ ਰਿਹਾ ਕਿ ਮੈਂ ਕੋਰਟਾਂ 'ਚ ਜਾ ਰਿਹਾ ਆਪਣੀ ਮਾਂ ਨਾਲ ਜਾਂ ਆਪਣੇ ਪਿਓ ਦੇ ਨਾਲ, ਠੀਕ ਹੈ, ਮੈਂ ਕੀ ਡਿਸਾਈਡ ਕਰਾਂ ਕਿ ਮੈਂ ਪਿਓ ਨਾਲ ਰਹਿਣਾ ਕਿ ਮਾਂ ਦੇ ਨਾਲ ਰਹਿਣਾ ਹੈਗਾ। ਸੋਚੋ ਉਸ ਬੱਚੇ ਦੇ ਦਿਲ ਤੇ ਕੀ ਬੀਤਦੀ ਹੋਏਗੀ। ਇਹ ਤਾਂ ਪੇਰੈਂਟਸ ਨੂੰ ਸੋਚਣਾ ਚਾਹੀਦਾ ਹੈਗਾ ਕਿ ਆਪਣਾ ਮਤਲਬ ਕਿ ਸੈਲਫ ਨਾ ਦੇ ਕੇ ਆਪਣੇ ਬੱਚੇ ਲਈ ਐਟਲੀਸਟ, ਠੀਕ ਹੈ ਨਾ, ਤੁਸੀਂ ਸੈਕਰੀਫਾਈਸ ਕਰੋ ਜਾਂ ਕੋਸ਼ਿਸ਼ ਕਰੋ ਕਿ ਹਾਂ ਵੀ ਘਰ ਇੱਕ ਹੋ ਜਾਏ। ਮੈਂ ਦੇਖਦੀ ਹੈਗੀ ਕਿ ਇੱਥੇ ਐਕਸਟਰਾ ਮੈਰਿਟਲ ਅਫੇਅਰ ਕਰਕੇ ਜਨਾਨੀਆਂ ਅਲੱਗ ਹੋ ਰਹੀਆਂ, ਉਹੀ ਤੁਹਾਨੂੰ ਮੈਂ ਇਸੇ ਗੱਲ ਤੇ ਆ ਗਿਆ ਸੀਗਾ, ਪਹਿਲਾਂ ਤਾਂ ਲਵ ਮੈਰਿਜ ਕਰਾਉਂਦੀਆਂ ਨੇ, ਫਿਰ ਐਕਸਟਰਾ ਮੈਰਿਜ ਅਫੇਅਰ। ਐਗਜ਼ੈਕਟਲੀ, ਪਤਾ ਨਹੀਂ ਕਿਉਂ ਨਹੀਂ ਸੈਟੀਸਫੈਕਸ਼ਨ ਇੱਕ ਜਗ੍ਹਾ ਤੇ ਅੱਜਕੱਲ ਹੋ ਕੀ ਚੁੱਕਿਆ ਹੈ, ਉਹੀ ਮੈਂ ਕਹਿੰਦੀ ਹਾਂ, ਹਾਰਮੋਨਲ ਇੰਬੈਲੈਂਸ ਹੀ ਹੈ। ਤੇ ਇਹ ਇਦਾਂ ਨਹੀਂ ਲੱਗਦਾ ਵੀ ਕਿਉਂਕਿ ਫੋਨ ਹੱਥ 'ਚ ਹੈ, ਸੋਸ਼ਲ ਮੀਡੀਆ 'ਚ ਕੋਈ ਨਾ ਕੋਈ ਦਿਖ ਜਾਂਦਾ ਜਾਂ ਕੋਈ ਨਾ ਕੋਈ ਝਾਂਸੇ 'ਚ ਫਸਾ ਲੈਂਦਾ, ਕੁੜੀ ਉਧਰੋਂ ਵੀ ਜਾਂਦੀ ਹੈ, ਘਰ ਵਾਲੇ ਨਾਲੋਂ ਵੀ ਤੇ ਜਾਂ ਉਧਰ ਵੀ। ਕੀ ਗੱਲ ਕੀ ਕਹਿੰਦੇ ਨੇ, ਸੀਤਾ ਮਾਂ ਨੂੰ ਰਾਵਣ ਨੇ ਨਹੀਂ ਲਾਲਚ ਦਿੱਤਾ ਸੀਗਾ, ਠੀਕ ਹੈ ਨਾ, ਉਹ ਸ਼ੋਕ ਵਾਟਿਕਾ 'ਚ ਬੈਠੀ ਰਹੀ ਸੀਗੀ, ਉਹਨੇ ਕਿਹਾ ਸੀਗਾ ਕਿ ਮੈਂ ਤੈਨੂੰ ਮਹਿਲ ਦੂੰਗਾ, ਠੀਕ ਹੈ ਨਾ, ਸੋਨੇ ਜੈਵਰਾਤ ਦੂੰਗਾ ਔਰ ਅੱਛੇ ਆਭੂਸ਼ਣ, ਯੂ نو ਮਹਿੰਗੀ ਸਾੜੀਆਂ ਦੂੰਗਾ ਤੇ ਤੈਨੂੰ ਰਾਣੀ ਬਣਾ ਕੇ ਰੱਖਾਂਗਾ। ਕਿਆ ਮਤਲਬ ਜਿਸ ਔਰਤ ਨੇ ਨਹੀਂ ਕਿਸੇ ਹੋਰ ਆਦਮੀ ਵੱਲ ਦੇਖਣਾ ਜਾਂ ਜਾਣਾ, ਉਹ ਕਦੀ ਵੀ ਨਹੀਂ ਜਾਏਗੀ ਕਿਸੇ ਲਾਲਚ ਤੇ। ਬੜੀ ਕੀ ਕਹਿੰਦੇ ਨੇ ਬੇਗੈਰਤ ਔਰਤਾਂ ਹੁੰਦੀਆਂ ਜਿਹੜੀ ਆਪਣਾ ਆਦਮੀ ਹੁੰਦੇ ਹੋਏ ਦੂਜੇ ਆਦਮੀ ਵੱਲ ਅੱਖ ਚੱਕ ਕੇ ਵੇਖੇ। ਪਰ ਕੀ ਲੱਗਦਾ ਹੈ, ਜਿਵੇਂ ਤੁਸੀਂ ਹੁਣ ਆਪਾਂ ਦਿੱਲੀ ਵਾਲੇ ਕੇਸ ਦੀ ਗੱਲ ਕਰ ਰਹੇ ਹਾਂ, ਦਿੱਲੀ ਦੇ ਵਿੱਚ ਆ ਜਿਹੜਾ ਕੇਸ ਸਾਹਮਣੇ ਆਇਆ, ਇਦਾਂ ਤਾਂ 9 ਤਾਂ ਚਲੋ ਸਾਹਮਣੇ ਆ ਗਏ ਜਿਨ੍ਹਾਂ ਨਾਲ ਤਾਂ ਉਹਨੇ ਬਲੈਕਮੇਲ ਕੀਤਾ ਜਿਨ੍ਹਾਂ ਨੂੰ, ਤੇ ਪਤਾ ਨਹੀਂ ਕਿੰਨੇ ਕੁ ਹੋਰ ਹੋਣਗੇ ਜਿਹੜੇ ਚੁੱਪ-ਚਪੀਤੇ ਹੀ ਪੈਸੇ ਦੇ ਕੇ ਸਾਈਡ ਹੋ ਗਏ ਹੋਣੇ। ਐਗਜ਼ੈਕਟਲੀ, ਸੋਚੋ ਇੱਕ ਹੋ ਰਿਹਾ, ਇਹ ਸਿਰਫ ਰੇਪ ਲਾਜ਼ ਦਾ ਮਿਸਯੂਜ਼ ਨਹੀਂ ਕਰਦੀਆਂ, ਇਹ SC ST ਐਕਟ ਦਾ ਵੀ ਮਿਸਯੂਜ਼ ਕਰਦੀਆਂ। ਤੇ ਸਾਡੇ ਇੱਥੇ ਹੀ ਇੱਕ ਕੇਸ ਹੈਗਾ ਚੰਡੀਗੜ੍ਹ ਦਾ, 43 ਸੈਕਟਰ ਦਾ ਜਾਂ 36 ਥਾਣੇ ਆਇਆ ਹੋਇਆ, ਤੇ ਇੱਕ ਕੁੜੀ, ਉਹਦੇ ਨਾਲ ਹੀ ਰੇਪ ਹੋ ਰਿਹਾ, ਉਹਦੇ ਨਾਲ ਹੀ ਸੈਕਸੁਅਲ ਮੋਲੈਸਟੇਸ਼ਨ ਹੋ ਰਹੀ ਹੈ, ਉਹਦੇ ਤੇ ਉਹਨੇ 6 ਅਲੱਗ-ਅਲੱਗ ਬੰਦਿਆਂ ਤੇ SC ST ਦੀ ਕੰਪਲੇਂਟਾਂ ਪਾਈ ਹੋਈਆਂ, 4 ਨਾਲ ਕੰਪਰੋਮਾਈਜ਼ ਕਰ ਚੁੱਕੀ ਹੈ, ਪੈਸੇ ਲੈ ਦੇ ਕੇ ਕੰਪਰੋਮਾਈਜ਼ ਕਰਕੇ। ਪਤਾ ਤਾਂ ਪੁਲਿਸ ਨੂੰ ਵੀ ਹੁੰਦਾ ਕੌਣ ਸਹੀ ਹੈ, ਸਭ ਪਤਾ ਹੁੰਦਾ, ਬਟ ਉਹੀ ਹੱਥ ਕੱਟੇ ਹੋਏ ਆ। ਤੇ ਫਿਰ ਜਿਹੜੇ ਅੱਛੇ ਲਾਅ ਦਾ ਮਿਸਯੂਜ਼ ਹੋ ਰਿਹਾ, ਐਗਜ਼ੈਕਟਲੀ, ਜਿਹੜੇ ਅੱਛੇ ਆਫੀਸਰ ਹੈ, ਦਮਦਾਰ ਆਫੀਸਰ ਹੈ, ਉਹ ਰਿਪੋਰਟ ਵੀ ਬਣਾ ਦਿੰਦੇ ਆ ਕਿ ਸ਼ੀ ਇਜ਼ ਅ ਐਕਚੁਅਲ ਕੰਪਲੇਨੈਂਟ। ਫਿਰ ਉਹ ਕੀ ਕਰਦੀਆਂ, ਪੁਲਿਸ ਕੰਪਲੇਂਟ ਅਥਾਰਟੀ ਚਲ ਜਾਣਗੀਆਂ ਕਿ ਸਾਡੇ ਖਿਲਾਫ ਮਤਲਬ ਇਸ ਆਫੀਸਰ ਨੇ ਏਦਾਂ ਉਹ ਬਣਾਈ ਹੈ। ਉਹ ਆਫੀਸਰ ਵੀ ਸਮਾਰਟ ਹੁੰਦੇ ਆ, ਉਹਨਾਂ ਦਾ ਵੀ ਇੰਨੇ ਸਾਲ ਦਾ ਐਕਸਪੀਰੀਅੰਸ ਹੁੰਦਾ, ਠੀਕ ਹੈ ਨਾ, ਕਿ ਇੱਕ ਨਹੀਂ ਕਿੰਨਿਆਂ ਦੇ ਤਾਂ ਤੂੰ ਪਰਚੇ ਪਾ ਚੁੱਕੀ ਹੈ, ਕਿੰਨਿਆਂ ਨੂੰ ਤੂੰ ਜੇਲ੍ਹ 'ਚ ਭੇਜ ਚੁੱਕੀ ਹੈਗੀ ਆ, ਕਿ ਤੇਰੇ ਨਾਲ ਹੀ ਚੀਜ਼ਾਂ ਹੋ ਰਹੀਆਂ, ਔਰ ਤੂੰ ਫਿਰ ਉਸੇ ਜਗ੍ਹਾ ਤੇ ਦੁਬਾਰਾ ਬਾਰ-ਬਾਰ ਜਾ ਰਹੀ ਜਿੱਥੇ ਤੇਰੇ ਨਾਲ ਗਲਤ ਹੋ ਰਿਹਾ, ਤੂੰ ਆ ਵੀ ਕਿਉਂ ਰਹੀ ਹੈ ਉਸੇ ਜਗ੍ਹਾ ਤੇ। ਬਿਲਕੁਲ ਠੀਕ ਹੈ ਨਾ, ਘਰ ਤੋਂ ਬੇਦਖਲ ਵੀ ਹੁੰਦੀਆਂ, ਇਹ ਘਰ ਇਹਨਾਂ ਦਾ ਘਰ ਇੱਕ ਇਹ ਵੀ ਮਤਲਬ ਕਿ ਪੁਆਇੰਟ ਟੂ ਬੀ ਨੋਟਡ, ਇਹ ਜਿੰਨੀ ਵੀ ਜਨਾਨੀਆਂ ਹੈਗੀਆਂ ਇਹ ਸਾਰੀਆਂ ਘਰ ਤੋਂ ਬੇਦਖਲ ਹੁੰਦੀਆਂ, ਇਹਨਾਂ ਦਾ ਘਰ ਦਾ ਇੱਕ ਬੰਦਾ ਇਹਨਾਂ ਨਾਲ ਨਹੀਂ ਹੋਏਗਾ, ਠੀਕ ਹੈ। ਬੱਚਾ ਜ਼ਿੱਦ ਕਰਦਾ, ਹੁਣ ਵੀ ਇੱਕ ਆਈ ਥਿੰਕ ਦਿੱਲੀ ਹਾਈ ਕੋਰਟ ਦਾ ਇੱਕ ਆਇਆ ਜਜਮੈਂਟ, ਮੈਂ ਰੇਪ ਕੇਸ ਦੀ ਗੱਲ ਕਰ ਰਹੀ ਹਾਂ, ਸੈਕਸ਼ਨ 69 ਹੈ BNS ਦਾ, ਕਿ ਅਗਰ ਕੋਈ ਬੰਦਾ ਕਿਸੇ ਔਰਤ ਨੂੰ ਪ੍ਰੋਮਿਸ ਕਰਦਾ ਹੈ, ਠੀਕ ਹੈ ਨਾ, ਫॉर ਮੈਰਿਜ, ਠੀਕ ਹੈ ਨਾ, ਔਨ ਦੀ ਪ੍ਰੋਟੈਕਸਟ ਆਫ ਮੈਰਿਜ, ਉਹ ਇੱਕ ਰਿਲੇਸ਼ਨ ਬਣਾਉਂਦਾ ਹੈ ਤੇ ਉਸ ਤੋਂ ਬਾਅਦ ਉਹ ਮੁੱਕਰ ਜਾਂਦਾ ਹੈ, ਦੈਟ ਅਮਾਉਂਟਸ ਟੂ ਰੇਪ। ਬਟ ਸ਼ਾਦੀ ਦਾ ਵਾਅਦਾ ਕੌਣ ਕਰੇਗਾ? ਅਨਮੈਰਿਡ ਜਾਂ ਤਲਾਕਸ਼ੁਦਾ? ਮੈਰਿਡ ਬੰਦਾ ਤਾਂ ਨਹੀਂ ਕਰ ਸਕਦਾ, ਮੈਨੂੰ ਦੱਸੋ। ਜਾਂ ਤਾਂ ਤੁਸੀਂ ਰੁਕ ਜਾਓ, ਲੜਕੀਆਂ ਨੂੰ ਮੈਂ ਇਹੀ ਕਹਿੰਦੀ, ਤੁਸੀਂ ਰੁਕ ਜਾਂਦੇ, ਆਪਣੀ ਇੰਡੀਆ ਤੇ ਕੰਟਰੋਲ ਰੱਖਦੇ, ਕਿ ਉਹਨੂੰ ਕਹੋ ਕਿ ਡਿਵੋਰਸ ਲੈ ਕੇ ਆ, ਮੈਂ ਤੇ ਨਾ ਠੀਕ ਹੈ ਸ਼ਾਦੀ ਲਈ ਤਿਆਰ ਹੈਗੀ ਆ। ਇਹ ਵੀ ਗੱਲ ਇੱਕ ਸਾਹਮਣੇ ਹੀ ਹੈ, ਜ਼ਿਆਦਾਤਰ ਮੈਰਿਡ ਬੰਦੇ ਹੀ ਸ਼ਿਕਾਰ ਬਣਦੇ ਆ, ਉਹਨਾਂ ਕੁੜੀਆਂ ਦੇ ਸਾਰੀਆਂ ਦੇ ਨਹੀਂ, ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਬੈਠ ਕੇ ਆਪਣੇ ਸ਼ਿਕਾਰ ਲੱਭਦੀਆਂ ਨੇ ਵੀ ਮੈਂ ਇਹਨੂੰ ਫਸਾਵਾਂ, ਵੀ ਨਾ ਤਾਂ ਇਹ ਰੋਲਾ ਪਾਉਣ ਜੋਗਾ ਕਿਉਂਕਿ ਆਲਰੇਡੀ ਵਿਆਹਿਆ ਹੋਇਆ। ਇਹ ਇਦਾਂ ਦਾ ਵੀ ਕਹਿੰਦੇ ਅੱਜ ਕੱਲ ਬਹੁਤ ਚੱਲ ਰਿਹਾ ਸਿਸਟਮ। ਜਾਂ ਤੁਸੀਂ ਜਿਹੜੀਆਂ ਕੁੜੀਆਂ ਦੀ ਪ੍ਰੋਫਾਈਲ ਦੇਖਣਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ, ਇਹਨਾਂ ਨੇ ਪਬਲਿਕ ਰੱਖੀ ਹੁੰਦੀ, ਓਪਨ ਹੁੰਦੀਆਂ, ਤੁਸੀਂ ਇਹਨਾਂ ਦੀ ਹਰ ਤਰ੍ਹਾਂ ਦੀ ਪਿਕਚਰਸ ਦੇਖ ਸਕਦੇ ਹੋ, ਸ਼ਾਰਟ ਡਰੈਸਿਸ 'ਚ। ਮੈਂ ਦੇਖੋ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ, ਬਟ ਇਟਸ ਅ ਫੈਕਟ,
ਠੀਕ ਹੈ ਤੁਸੀਂ ਔਰ ਜਿਹੜੀਆਂ ਚੰਡੀਗੜ੍ਹ ਦੀਆਂ, ਮੈਂ ਚੰਡੀਗੜ੍ਹ ਦੀ ਗੱਲ ਕਰ ਰਹੀ ਹਾਂ, ਇੱਥੇ ਦੀ ਚੰਡੀਗੜ੍ਹ ਦੀ ਜਿਹੜੀ ਕੁੜੀਆਂ ਹੋਣਗੀਆਂ ਉਹਨਾਂ ਦੀ ਪ੍ਰੋਫਾਈਲ ਲੌਕਡ ਹੋਣਗੀ ਕਿਉਂਕਿ ਉਹ ਨਹੀਂ ਚਾਹੁੰਦੀ ਦੇਖੋ ਕਿ ਮੇਰੀ ਕੋਈ ਪ੍ਰਾਈਵੇਟ ਲਾਈਫ, ਠੀਕ ਹੈ, ਮੈਂ ਆਪਣੀ ਬਿਲਕੁਲ। ਫਰੈਂਡਸ ਨਾਲ ਇੰਜੋਏ ਕਰ ਰਹੀ ਹੈਗੀ ਆ, ਠੀਕ ਹੈ ਨਾ, ਬਚਪਨ ਦੀ ਕੋਈ ਫਰੈਂਡਸ ਹੁੰਦੀਆਂ ਜਾਂ ਮੈਂ ਆਪਣਾ ਬਰਥਡੇ ਸੈਲੀਬ੍ਰੇਟ ਕਰੀ, ਕੋਈ ਅਨਨੋਨ ਬੰਦਾ ਦੇਖੇ, ਠੀਕ ਹੈ। ਉਹ ਜਿਹੜੀ ਕੁੜੀਆਂ ਹੁੰਦੀ ਜਿਨ੍ਹਾਂ ਨੇ ਆਦਮੀ ਫਸਾਣੇ ਹੁੰਦੇ, ਆਪਣੇ ਪਿੱਛੇ ਲਗਾਣੇ ਹੁੰਦੇ ਆ, ਉਹਨਾਂ ਨੇ ਆਪਣੀ ਪ੍ਰੋਫਾਈਲ ਜਿਹੜੀ ਹੈਗੀ ਆ ਉਹ ਹਮੇਸ਼ਾ ਪਬਲਿਕ ਰੱਖੀ ਹੁੰਦੀ ਹੈ, ਮਤਲਬ ਆਪ ਨੂੰ ਦਿਖਾਣੀ ਹੁੰਦੀ ਮੈਂ ਬਹੁਤ ਸਟਾਰ ਹੈਗੀ ਆ, ਤੁਸੀਂ ਛੋਟੇ ਕੱਪੜੇ ਪਾ ਕੇ ਸਟਾਰ ਬਣ ਜਾਣਗੀਆਂ, ਠੀਕ ਹੈ ਨਾ। ਹੁਣੀ ਜਿਹੜੇ ਆਹੀ ਰੁਪਿੰਦਰ ਕੇਸ ਕੌਰ ਵਾਲਾ ਕੇਸ ਸੀਗਾ, ਤੇ ਉਹਦੇ ਦੇਖੋ ਸੱਸ ਸਹੁਰਿਆਂ ਦੀ ਗਲਤੀ ਕੀ ਸੀਗੀ, ਉਹਨੂੰ ਗੱਡੀਆਂ ਲੈ ਕੇ ਦੇ ਰਹੇ ਸੀਗੇ, ਪਤਾ ਨਹੀਂ ਕਿਆ ਫੋਰਚੂਨਰ ਇਹ ਉਹ ਜੋ ਥਾਰ ਵਗੈਰਾ, ਅਗਰ ਇੰਨਾ ਹੀ ਤੁਸੀਂ ਪਿੰਡ 'ਚ ਆਪਣੀ ਟੌਰ ਮਾਰਨੀ ਸੀਗੀ ਤੇ ਉਸ ਨੂੰ ਪੜਾਉਂਦੇ, ਬੀਐਡ ਕਰਵਾ ਦਿੰਦੇ ਤਾਂ ਕਿ ਉਹ ਗਰੀਬ ਬੱਚਿਆਂ ਨੂੰ ਉੱਥੇ ਦੇ ਪਿੰਡ ਦੇ ਪੜਾਉਂਦੀ, ਠੀਕ ਹੈ ਨਾ, ਕਿੱਥੇ ਕੋਈ ਆਈਐਸ ਆਫੀਸਰ ਬਣਾ ਦਿੰਦੇ ਤਾਂ ਤੁਹਾਡਾ ਨਾਮ ਹੁੰਦਾ। ਪਰ ਐਡਵੋਕੇਟ ਸਾਹਿਬ ਅੱਜ ਕੱਲ ਇਹ ਵੀ ਗੱਲ ਸਾਹਮਣੇ ਆਉਂਦੀ ਹੈ, ਜਦੋਂ ਕੋਈ ਆਪਣੇ ਪੰਜਾਬ ਦੇ ਵਿੱਚ ਆਪਣੇ ਪੁੱਤ ਦਾ ਵਿਆਹ ਕਰਦਾ, ਉਹ ਇਹੀ ਕਹਿੰਦਾ ਵੀ ਮੈਂ ਨੂੰ ਨਹੀਂ ਬਣਾ ਕੇ ਲਿਆਣੀ, ਧੀ ਬਣਾ ਕੇ ਲਿਆਣੀ ਹੈ, ਉਹਦੇ ਸ਼ੌਂਕ ਪੂਰੇ ਕਰਦਾ, ਚੱਲ ਕੋਈ ਨਹੀਂ ਵੀ ਸਾਡਾ ਤੂੰ ਬੱਚਾ ਹੈ, ਤੂੰ ਜੋ ਲੈਣਾ ਲੈ, ਆਪਣੀ ਲਾਈਫ ਅੱਗੇ ਵਧੀਆ ਜੀਓ। ਉਹਦੇ ਨਾਲ ਵੀ ਰੁਪਿੰਦਰ ਨਾਲ ਵੀ ਇਦਾਂ ਹੀ ਹੋਇਆ ਸੀ, ਪਰ ਉਹਨੂੰ ਕਹਿੰਦੇ ਵੀ ਨਹੀਂ ਕੁਝ ਸਮਝ ਲੱਗਿਆ। हर चीज वही अपने लिमिट, ठीक है ना। अगर मैं कह रही है कि मैं जैसे मेरा बच्चा है, ठीक है, आजकल कहते हैं पेरेंट्स की मैं अपने बच्चे नाल एक दोस्त की तरह रहनी है या रहना है, ठीक है ना, कि ताकि मेरा बच्चा मैनू हर चीज दसे, बट मैनू ये भी पता होना चाहिए मैं अपने बच्चे दे नकेल किथे कसनी है, ठीक है ना। ये नहीं कि मैं ओदी दोस्त बन गई है, ठीक है, ते ओनू मैं शह दे रही है, फिर कल ओही शह ਜਿਹੜੀ ਮੈਂ ਦੇ ਅੱਜ ਮੈਂ ਜੋ ਮੈਂ ਸ਼ਾਇਦ ਦੇ ਰਹੀ ਕੱਲ ਉਹੀ ਸ਼ਾਇਦ ਮੇਰੀ ਬੱਚੇ ਨੂੰ ਗਲਤ ਕੰਮਾਂ ਚ ਪਾਏਗੀ, ਠੀਕ ਹੈ ਨਾ। ਸੋ ਇਟਸ ਆਲ ਅਬਾਊਟ ਕਿੱਥੇ ਸਾਨੂੰ ਇੱਕ ਲਕੀਰ ਖਿੱਚਣੀ ਹੈ। ਇਹ ਤੁਸੀਂ ਧੀ ਬਣਾ ਕੇ ਲੈ ਕੇ ਆ ਰਹੇ ਹੋ ਤਾਂ ਧੀ ਜਿਹੜੀ ਨੂੰਹ ਨੂੰ ਧੀ ਬਣਾ ਕੇ ਲੈ ਕੇ ਆ ਰਹੇ ਹੋ, ਨੂੰਹ ਵੀ ਤਾਂ ਕੀ ਕਹਿੰਦੇ ਨੇ ਧੀ ਦਾ ਫਰਜ਼ ਨਿਭਾਏ, ਠੀਕ ਹੈ ਨਾ। ਜਿਹੜੀ ਇੱਕ ਗੱਲ ਸੁਣੋ, ਜੋ ਕੀ ਕਹਿੰਦੇ ਨੇ, ਕਹਿੰਦੇ ਕੁੜੀਆਂ ਜੰਮਣ ਦਾ ਦੁੱਖ ਨਹੀਂ ਹੁੰਦਾ, ਪਰ ਜੋ ਮਤਲਬ ਕਿ ਕਹਿੰਦੇ ਨੇ ਜਦ ਇਹੋ ਜਿਹੇ ਕੰਮ ਹੁੰਦੇ ਆ ਫਿਰ ਹੁੰਦਾ ਕਿ ਯਾਰ ਕੁੜੀ ਨਾ ਹੀ ਪੈਦਾ ਹੋ ਚੰਗੀ ਗੱਲ ਹੈ, ਠੀਕ ਹੈ ਨਾ। ਆਹੀ ਰੁਪਿੰਦਰ ਕੌਰ ਵਾਲਾ ਕੰਮ ਹੋ ਗਿਆ, ਆਪਣੇ ਮਾਪਿਓ ਦਾ ਮੂੰਹ ਕਾਲਾ ਕੀਤਾ, ਸੱਸ ਸਹੁਰਿਆਂ ਦਾ ਵੀ ਕਰਾਤਾ ਪਿੰਡ 'ਚ, ਇੱਕ ਘਰ ਤਾਂ ਗਿਆ, ਦੂਜਾ ਵੀ ਤਿੰਨ ਘਰ ਖਰਾਬ ਹੋਏ, ਸਰਪੰਚ ਦਾ ਘਰ ਖਰਾਬ ਹੋਇਆ। ਹੁਣ ਕਿਵੇਂ ਦੇਖਦੇ ਹੋ, ਜਿਵੇਂ ਆਪਾਂ ਕਮਿਸ਼ਨ ਮੈਮ ਦੀ ਗੱਲ ਕਰ ਰਹੀ ਹੈ, ਜਿਹੜੇ ਕਿ ਮਹਿਲਾ ਕਮਿਸ਼ਨ ਨੇ ਪੰਜਾਬ ਦੇ, ਰਾਜ ਲਾਲੀ ਗਿੱਲ, ਉਹਨਾਂ ਕੋਲ ਰੋਜ਼ਾਨਾ ਬਹੁਤ ਫੋਨ ਕਾਲ, ਬਹੁਤ ਈਮੇਲਸ ਦੇ ਰਾਹੀਂ ਕੰਪਲੇਂਟਾਂ ਪੂਰੇ ਪੰਜਾਬ ਤੋਂ ਆਉਂਦੀਆਂ ਨੇ ਵੀ ਸਾਡੇ ਨਾਲ ਇਦਾਂ ਹੋ ਗਿਆ, ਸਾਡੇ ਨਾਲ ਇਦਾਂ ਹੋ ਗਿਆ। ਪੁਲਿਸ ਵੀ ਕਿਤੇ ਹੱਥ ਨਹੀਂ ਪੜਾਉਂਦੇ, ਪਰ ਕਿਤੇ ਨਾ ਕਿਤੇ ਜ਼ਰੂਰੀ ਨਹੀਂ ਵੀ ਹਰ ਥਾਂ ਮੁੰਡਾ ਹੀ ਸਹੀ ਹੈ, ਜਾਂ ਜ਼ਰੂਰੀ ਨਹੀਂ ਹਰ ਥਾਂ ਕੁੜੀਆਂ ਹੀ ਸਹੀ ਹੈ, ਗਲਤੀ ਦੋਨਾਂ ਚੋਂ ਇੱਕ ਜਾਣੇ ਦੀ ਹੁੰਦੀ ਹੈ। ਪਰ ਕੀ ਲੱਗਦਾ ਹੈ ਵੀ ਕਮਿਸ਼ਨ ਤੱਕ ਕੇਸ ਪਹੁੰਚਣ ਦੀ ਜ਼ਰੂਰਤ ਹੀ ਨਾ ਪਵੇ, ਵੀ ਪੁਲਿਸ ਨੂੰ ਇੰਨਾ ਸਟਰੋਂਗ ਹੋ ਜਾਣਾ ਚਾਹੀਦਾ ਵੀ ਉੱਥੇ ਇਹਨਾਂ ਦਾ ਨਿਬੇੜਾ ਕੀਤਾ ਜਾਵੇ। ਸਰ ਐਕਚੁਅਲੀ ਕੀ ਹੁੰਦਾ ਕਿ ਪੁਲਿਸ ਵਾਲਿਆਂ ਦੇ ਕੋਲ ਨਾ ਕਿਸੇ ਨਾ ਕਿਸੇ ਦੋਨਾਂ ਪਾਰਟੀਆਂ ਵਿੱਚੋਂ ਸਿਫਾਰਿਸ਼ ਆ ਜਾਂਦੀ ਹੈ, ਫਲਾਨੀ ਪਾਰਟੀ ਵਾਲਾ ਮੇਰਾ ਬੰਦਾ ਯਾਰ ਦੇਖ ਲਈ, ਠੀਕ ਹੈ ਨਾ। ਉਹ ਕਿਤੇ ਨਾ ਕਿਤੇ ਉਹ ਰੁਕ ਜਾਂਦੇ ਆ, ਇਹ ਮੰਨਣਾ ਪਏਗਾ, ਠੀਕ ਹੈ ਨਾ। ਹਿਊਮਨ ਟੈਂਡੈਂਸੀ ਹੈ ਕਿ ਤੁਸੀਂ ਕਿੰਨੀ ਮਰਜ਼ੀ ਪੋਸਟ ਤੇ ਬੈਠੇ ਹੋ, ਠੀਕ ਹੈ ਨਾ, ਵੱਡੀ ਪੋਸਟ ਤੇ ਉਹ ਕੋਈ ਨਾ ਕੋਈ ਸਿਫਾਰਿਸ਼ ਆ ਜਾਂਦੀ ਹੈਗੀ ਹੈ, ਫਿਰ ਉੱਥੇ ਪੁਲਿਸ ਵਾਲੇ ਰੁਕ ਜਾਂਦੇ ਆ। ਉਹ ਫਿਰ ਕੀ ਕਰਦੀ ਹੈ ਕੁੜੀਆਂ ਜਾਂ ਮਤਲਬ ਕੁੜੀਆਂ ਮੋਸਟਲੀ, ਠੀਕ ਹੈ ਨਾ, ਫਿਰ ਵੂਮਨ ਕਮਿਸ਼ਨ ਜਾਂਦੀ ਹੈਗੀ ਆ ਕਿ ਆਪਣਾ ਇਨਸਾਫ ਲੈਣ ਲਈ, ਜਿਨ੍ਹਾਂ ਨਾਲ ਸੱਚੀ ਚ ਕੁੜੀਆਂ ਨਾਲ ਗਲਤ ਹੋਏਗਾ। ਦੇਖੋ ਇੱਕ ਗੱਲ ਮੰਨਣੀ ਪੈਣੀ ਹੈ, ਕੁੜੀਆਂ ਨਾਲ ਗਲਤ ਹੋ ਰਿਹਾ ਹੈ, ਠੀਕ ਹੈ, ਜਿਨ੍ਹਾਂ ਨਾਲ ਗਲਤ ਹੋ ਰਿਹਾ ਹੈ, ਠੀਕ ਹੈ, ਉਹ ਤਾਂ ਵਿਚਾਰੀਆਂ ਘਰੇ ਬੈਠੀਆਂ, ਉਹਨਾਂ ਨੂੰ ਤਾਂ ਇਨਸਾਫ ਮਿਲਦਾ ਨਹੀਂ ਪਿਆ। ਜਿਹੜੀਆਂ ਗਲਤ ਨੇ, ਜਿਹੜੀਆਂ ਮਿਸਯੂਜ਼ ਕਰ ਰਹੀਆਂ, ਉਹ 25-30 ਲੱਖ ਰੁਪਇਆ ਲੈ ਕੇ ਕੀ ਕਹਿੰਦੇ ਨੇ ਕੰਪਰੋਮਾਈਜ਼ ਕਰ ਲੈਂਦੀਆਂ। ਹੁਣ ਤਾਂ ਕਹਿੰਦੇ ਕਰੋੜਾਂ ਤੱਕ ਗੱਲ ਪਹੁੰਚ। ਐਗਜ਼ੈਕਟਲੀ, ਇਹ ਤਾਂ ਹੁਣ ਧੰਦਾ ਬਣ ਚੁੱਕਿਆ ਹੈਗਾ, ਈਜ਼ੀ ਮਨੀ ਮੇਕਿੰਗ। ਇੱਕ ਇਹ ਵੀ ਗੱਲ ਮਾਫ ਕਰਨਾ ਉਹਨਾਂ ਦਰਸ਼ਕਾਂ ਵਾਸਤੇ ਜਿਹੜੇ ਕਈ ਲੋਕ, ਅਸੀਂ ਹਰੇਕ ਦੇ ਉੱਪਰ ਟਿੱਪਣੀ ਨਹੀਂ ਕਰ ਰਹੇ, ਹਰੇਕ ਦੇ ਉੱਪਰ ਵਿਚਾਰ ਨਹੀਂ ਕਰ ਰਹੇ, ਉਹਨਾਂ ਦੇ ਕਰ ਰਹੇ ਆ ਜਿਹੜੀਆਂ ਕੁੜੀਆਂ ਜਾਂ ਜਿਹੜੇ ਮੁੰਡੇ ਗਲਤ ਤਰੀਕੇ ਨਾਲ ਮਤਲਬ ਕਾਨੂੰਨ ਦਾ ਮਿਸਯੂਜ਼ ਕਰਦੇ ਨੇ। ਮੈਮ ਵਕੀਲ ਸਾਹਿਬ, ਅੱਜ ਕੱਲ ਇਦਾਂ ਵੀ ਹੋ ਗਿਆ ਵੀ ਮੁੰਡਾ ਜਾਂ ਕੁੜੀ ਵਿਆਹ ਕਰਾਉਣ ਤੋਂ ਪਹਿਲਾਂ ਦੇਖਦੇ ਆ ਕਿਹਦੇ ਕੋਲ ਕਿੰਨੀ ਪ੍ਰਾਪਰਟੀ ਹੈ, ਰਾਈਟ, ਇਦਾਂ ਦੇ ਵੀ ਕੇਸ ਆਉਂਦੇ ਨੇ। ਹੁੰਦਾ ਹੈ ਕੀ ਕਹਿੰਦੇ ਨੇ ਅੱਜ ਕੱਲ ਉਹ ਥੋੜੀ ਵਿਆਹ ਥੋੜੀ ਰਹਿ ਗਿਆ, ਕੋਈ ਪਹਿਲੇ ਇੱਕ ਟਾਈਮ ਹੁੰਦਾ ਸੀ ਕੁੜੀ ਦੀ ਕੁਆਲਿਟੀਜ਼ ਦੇਖਦੇ ਸੀਗੇ, ਠੀਕ ਹੈ। ਹੁਣ ਆ ਰੁਪਿੰਦਰ ਕੌਰ ਦੇ ਮਾਪੇ ਹੁਣ ਰੋਂਦੇ ਪਏ ਨੇ ਕਿ ਘਰ ਦਾ ਕੰਮ ਨਹੀਂ ਜਾਣਦੀ ਸੀਗੀ, ਰੋਟੀ ਵੀ ਨਹੀਂ ਆਉਂਦੀ ਸੀ ਉਹਨੂੰ ਬਣਾਉਣੇ। ਪਹਿਲਾਂ ਨਹੀਂ ਤੁਹਾਨੂੰ ਪਤਾ ਸੀਗਾ ਕਿ ਰੋਟੀ ਨਹੀਂ ਬਣਾਉਣੀ ਆਉਂਦੀ, ਤੇ ਪਹਿਲਾਂ ਕੁਆਲਿਟੀਜ਼ ਦੇਖਦੇ ਸੀਗੇ, ਠੀਕ ਹੈ। ਤੇ ਹੁਣ ਕੀ ਹੈ, ਪ੍ਰਾਪਰਟੀ ਕਿੰਨੀ ਹੈ, ਕਿੰਨਾ ਪੈਸਾ ਲੈ ਕੇ ਆਏਗੀ ਦਾਜ ਚ, ਠੀਕ ਹੈ, ਕੱਲੀ ਹੈਗੀ ਹੈ ਮਾਪਿਆਂ ਦੀ। ਇਹ ਵੀ ਲੋਕਾਂ ਦੀ ਬੜੀ ਸਾਈਕੋਲੋਜੀ ਹੁੰਦੀ ਹੈਗੀ, ਆਈ ਹੈਵ ਸੀਨ ਮਾਈ ਸੈਲਫ, ਠੀਕ ਹੈ ਨਾ। ਕੱਲੀ ਹੈਗੀ ਹੈ ਮਾਪਿਆਂ ਦੀ, ਇੰਨੀ ਪ੍ਰਾਪਰਟੀ ਹੈਗੀ ਹੈ, ਫਿਰ ਪਿੱਛੇ ਲੱਗ ਜਾਂਦੇ ਹੈਗੇ ਆ, ਤੇ this is not love, ਠੀਕ ਹੈ ਨਾ। ਇਹ ਸਿਰਫ ਇਹ ਸੌਦਾ ਹੀ ਹੋ ਰਿਹਾ ਕਿ ਕੋਈ ਲਾਲਚ ਨਾ ਤੁਹਾਡੇ ਪਿੱਛੇ ਪੈ ਰਿਹਾ ਨਾ, ਇਹਦਾ ਮਤਲਬ ਕੋਈ ਨਾ ਕੋਈ ਹਿਡਨ ਮੋਟਿਵ ਹੈ। ਹੁਣ ਜਿਵੇਂ ਮੈਡਮ ਰਾਜ ਲਾਲੀ ਗਿੱਲ ਦੀ ਗੱਲ ਕਰ ਰਹੇ ਹਾਂ ਦੁਬਾਰਾ, ਉਹਨੂੰ ਮੈਮ ਕੋ ਰੋਜ਼ਾਨਾ ਪਤਾ ਨਹੀਂ ਕਿੰਨੇ ਕੇਸ ਆਉਂਦੇ ਆ, ਕਿਉਂਕਿ ਮੈਡਮ ਪਾਰਦਰਸ਼ੀ ਬੈਠ ਕੇ ਪੂਰਾ ਕਲੀਅਰ ਹੀ ਕੰਮ ਕਰਦੇ ਆ, ਕਿਉਂਕਿ ਵੀਡੀਓ
ਸਾਰੀ Definitely. ਪਬਲਿਕ ਨੂੰ ਦਿਖਾਉਂਦੇ ਆ। ਜੇ ਮੁੰਡਾ ਗਲਤ ਆ ਤੇ ਮੁੰਡੇ ਨੂੰ ਕਹਿੰਦੇ ਆ, ਪੁਲਿਸ ਵਾਲਾ ਗਲਤ ਆ ਤੇ ਉਹਨੂੰ ਕਹਿੰਦੇ ਆ, ਜੇ ਕੁੜੀ ਗਲਤ ਆ ਤੇ ਉਹਨੂੰ ਕਹਿੰਦੇ ਆ। ਤੁਹਾਨੂੰ ਨਹੀਂ ਚਾਹੀਦਾ ਇਦਾਂ ਮਤਲਬ ਮੁੰਡਿਆਂ ਦੀ ਵੀ ਸੁਣਵਾਈ ਵਾਸਤੇ ਮਤਲਬ ਮੈਨ ਕਮਿਸ਼ਨ ਵੀ ਹੋਣਾ ਚਾਹੀਦਾ? ਮੈਂ ਤਾਂ ਉਹੀ ਕਹਿੰਦੀ ਹੈਗੀ ਹੈ ਕਿ ਉਹ ਚ ਰਿਟਾਇਰਡ ਜੱਜਿਸ ਹੋਣੇ ਚਾਹੀਦੇ ਆ, ਜਿੱਦਾਂ ਪੰਜਾਬ ਸਟੇਟ ਹਿਊਮਨ ਰਾਈਟਸ ਹੋ ਗਿਆ, ਠੀਕ ਹੈ। ਦੈਨ ਕੀ ਕਹਿੰਦੇ ਨੇ ਆਪਣੇ ਆਹੀ ਮਹਿਲਾ ਕਮਿਸ਼ਨ ਵਾਲੇ ਇਸ ਤਰ੍ਹਾਂ ਦੇ ਆਫੀਸਰਸ ਹੋਣੇ ਚਾਹੀਦੇ ਹੈਗੇ ਆ, ਪੁਲਿਸ ਆਫੀਸਰਸ ਹੋਣੇ ਚਾਹੀਦੇ ਹੈਗੇ ਆ, ਠੀਕ ਹੈ। ਈਵਨ ਆਈ ਵੁੱਡ ਸੇ ਕਿ ਯੂਨੀਵਰਸਿਟੀ ਦੇ ਆਪਣੇ ਜਿਹੜੇ ਬਿਲਕੁਲ। DSW ਨੇ ਉਹਨਾਂ ਤੋਂ ਵੀ ਕੋਈ ਨਾ ਕੋਈ ਪ੍ਰੋਫੈਸਰ ਆਣਾ ਚਾਹੀਦਾ ਉਹਦੇ ਵਿੱਚ, ਔਰ ਇੱਕ ਜਰਨਲਿਸਟ ਵੀ ਹੋਣਾ ਚਾਹੀਦਾ ਹੈ, ਕਿਉਂਕਿ ਜਰਨਲਿਸਟ ਜਿਹੜਾ ਹੋਏਗਾ ਉਹ ਦੇਖ ਲੇਗਾ ਕਿ ਹਾਂ ਵੀ ਵਾਚ ਕਰ ਰੱਖੇਗਾ ਕਿ ਇਟਸ ਲਾਈਕ ਅ ਵਾਚ ਡੌਗ ਯੂ نو, ਤੇ ਉਹ ਦੇਖੇਗਾ ਕਿ ਗਲਤ ਹੋ ਰਿਹਾ ਕਿ ਸਹੀ ਹੋ ਰਿਹਾ। ਤੇ ਐਜੀ ਕਮਿਸ਼ਨ ਬਣਨੀ ਚਾਹੀਦੀ ਆ ਤਾਂ ਕਿ ਪੈਂਡੈਂਸੀ ਆਫ ਕੇसेस ਕਿਉਂ ਵੱਧਦੀ ਪਈ ਹੈ ਕੇਸ ਇੰਡੀਆ 'ਚ, ਠੀਕ ਹੈ ਨਾ। ਫਿਰ ਅਸੀਂ ਰੋਲਰ ਪਾ ਰਹੇ ਹਾਂ ਕਿ ਪੈਂਡੈਂਸੀ ਆਫ ਕੇसेस ਵੱਧਦੇ ਪਏ ਆ, ਇਟਸ ਬਿਕੋਜ਼ ਆਫ ਦਿਸ ਓਨਲੀ ਯੂਰ ਫੇਕ ਐਂਡ ਫ੍ਰਿਵਲੀਅਸ ਕੇसेस, ਠੀਕ ਹੈ ਨਾ, ਜਿਹੜੀ ਆਹ ਝੂਠੇ ਕੇਸ ਬਣਨੀ ਹੈਗੀ ਆ। ਫਿਰ ਉੱਥੇ ਤੁਸੀਂ ਕੀ ਕਹਿੰਦੇ ਨੇ ਕ੍ਰਾਸ ਲੀਵ ਹੀ ਨਹੀਂ ਆਉਂਦੀਆਂ, ਮੈਂ ਦੇਖਦੀ ਆ। ਤੇ ਇਹੀ ਚੀਜ਼ ਹੈ ਕਿ ਜਦ ਤੱਕ ਇਹਨਾਂ ਜਨਾਨੀਆਂ ਤੇ ਨਕੇਲ ਨਹੀਂ ਪਏਗੀ ਜਿਹੜੀਆਂ ਕਾਨੂੰਨ ਦਾ ਮਿਸਯੂਜ਼ ਕਰ ਰਹੀਆਂ ਹੈਗੀਆਂ, ਤੇ ਮੈਨੂੰ ਨਹੀਂ ਲੱਗਦਾ ਕਿ ਵੇਸਟੇਜ ਆਫ ਕੀ ਕਹਿੰਦੇ ਮਨੀ ਐਂਡ ਟਾਈਮ, ਉਹ ਤਾਂ ਹੈ ਹੀ ਹੈ। ਕੋਰਟ ਦਾ ਵੀ ਟਾਈਮ ਔਰ ਪੁਲਿਸ ਵਾਲੇ ਵੀ ਕੋਈ ਵੇਲੇ ਨਹੀਂ ਬੈਠੇ ਹੋਏ ਕਿ ਇਹਨਾਂ ਦੀਆਂ ਕੰਪਲੇਂਟਾਂ ਲੈਂਦੇ ਰਹਿਣ ਬਾਰ-ਬਾਰ ਕਿ ਮੇਰੇ ਨਾਲ ਹੀ ਰੇਪ ਹੋ ਰਿਹਾ, ਇੱਕ ਜਨਾਨੀ ਨਾਲ ਹੀ ਰੇਪ ਹੋਈ ਜਾ ਰਿਹਾ, ਠੀਕ ਹੈ ਨਾ। ਕਿ ਇੱਕ ਦੇਖੋ ਇੱਕ ਔਰਤ ਨਾਲ ਰੇਪ ਹੋ ਜਾਏ ਨਾ, ਉਹ ਘਰ ਬਹਿ ਜਾਂਦੀ ਹੈ, ਠੀਕ ਹੈ, ਉਹਦੀ ਕਿਉਂਕਿ ਉਹਦੀ ਆਤਮਾ ਤੱਕ ਘਾਇਲ ਹੋ ਜਾਂਦੀ ਹੈ। ਉਹ ਨਹੀਂ ਕਿ ਸੜਕਾਂ ਤੇ ਉਤਰ ਆਏਗੀ ਜਾਂ ਹੋਰ ਆਪਣੇ ਰੇਪ ਕਰਵਾ ਰਹੀ ਹੋਏਗੀ, ਉਹ ਹਰ ਆਦਮੀ ਨੂੰ ਸ਼ੱਕ ਦੀ ਨਿਗਾਹ ਨਾਲ ਦੇਖੇਗੀ ਔਰ ਕਿਸੇ ਨੂੰ ਆਪਣੇ ਹੱਥ ਵੀ ਨਹੀਂ ਲਗਾਉਣ ਦੇਗੀ, ਠੀਕ ਹੈ ਨਾ। ਯੈਸ, ਤੇ ਫਿਰ ਇਹ ਕਿਦਾਂ ਕੀ ਕਹਿੰਦੇ ਬਾਹਰ ਨਿਕਲ ਆਉਂਦੀ ਹੈਗੀਆਂ। ਤੁਹਾਨੂੰ ਨਹੀਂ ਲੱਗਦਾ ਅੱਜ ਕੱਲ ਸੋਸ਼ਲ ਮੀਡੀਆ ਕਰਕੇ ਵੀ ਬਹੁਤ ਜ਼ਿਆਦਾ ਮਤਲਬ ਗੰਦ ਪੈ ਚੁੱਕਿਆ, ਕਹਿ ਦਈਏ ਆਪਾਂ, ਮਤਲਬ ਸਮਾਜ ਹੋਰ ਹੀ ਪਾਸੇ ਨੂੰ ਤੁਰਿਆ ਹੋਇਆ, ਜਿਵੇਂ ਆ ਕੁੜੀਆਂ ਮੁੰਡੇ ਕਹਿ ਦਈਏ, ਐਕਸਟਰਾ ਮੈਰਿਟ ਅਫੇਅਰ ਕਹਿ ਦਈਏ, ਵੀ ਸੋਸ਼ਲ ਮੀਡੀਆ ਕਰਕੇ ਵੀ ਕਹਿੰਦੇ ਬਹੁਤ ਜ਼ਿਆਦਾ ਕੰਪਲੇਂਟਾਂ ਆ ਰਹੀਆਂ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹੁਣੇ 10-15 ਦਿਨ ਤੋਂ ਇੱਕ ਬੜਾ ਰੋਲਾ ਪਿਆ ਹੋਇਆ ਮੂਵੀ ਦਾ, ਦੁਰੰਦਰ 2 ਦਾ। ਬਿਲਕੁਲ ਤੁਸੀਂ ਉਹਦੇ ਡਾਇਲੌਗਸ ਦੇਖਣਾ, ਆਈ ਵਾਸ ਰੀਅਲੀ ਟੇਕਨ ਅਬੈਕ, ਮੈਂ ਬੜੀ ਸ਼ੌਕਡ ਹੋਈ ਕਿ ਲੋਕ ਇਹ ਪਸੰਦ ਕਰ ਰਹੇ ਹੈ ਫਿਲਮ, ਨੋ ਡਾਊਟ, ਠੀਕ ਹੈ। ਜਿਹੜਾ ਜੋ ਵੀ ਆਪਣੇ ਉਹ ਦੇਸ਼ ਭਗਤੀ ਦੇ ਉਹ ਰੱਖਿਆ ਉਹਨਾਂ ਨੇ, ਠੀਕ ਹੈ ਨਾ, ਉਹ ਜੋ ਪਾਰਟ ਹੈ ਉਹ ਅਲੱਗ ਹੈ, ਪਰ ਤੁਸੀਂ ਉਹ ਚ ਡਾਇਲੌਗਸ ਦੇਖੋ, ਕਹਿੰਦੇ 18 ਅਬਵ ਵਾਲੇ ਬੱਚੇ ਦੇਖ ਸਕਦੇ, 18 ਅਬਵ ਦੇ ਮਤਲਬ ਬੰਦੇ ਦੇਖ ਸਕਦੇ, ਨਾਟ ਬਿਲੋ 18, ਠੀਕ ਹੈ। ਜਿਹੜਾ 18 ਸਾਲ ਦਾ ਬੱਚਾ ਵੀ ਉੱਥੇ ਚਲਾ ਗਿਆ 18 ਅਬਵ ਵਾਲਾ, ਉਹਦਾ ਘਰ ਦਾ ਮਾਹੌਲ ਐਸਾ ਕਿ ਉਹਦੇ ਘਰ ਚ ਕਿਸੇ ਨੇ ਗਾਲੀ ਤੱਕ ਨਹੀਂ ਦਿੱਤੀ ਹੋਏਗੀ। ਉਹ ਸੰਜੇ ਦੱਤ ਨੇ ਜੋ ਚ ਡਾਇਲੌਗਸ ਬੋਲੇ ਹੋਏ ਆ, ਤੇ ਗਾਲੀਆਂ ਦੇਖਣਾ ਕਿ ਕਿਹੋ ਜਿਹੀ ਬੋਲੀ ਹੋਈ ਹੈ, ਤੇ ਉਹ ਬੱਚਾ ਉਹ ਸਿੱਖ ਨਹੀਂ ਜਾਏਗਾ, ਠੀਕ ਹੈ ਨਾ, ਜਿਹਦੇ ਘਰ ਦਾ ਮਾਹੌਲ ਹੀ ਨਹੀਂ ਹੈ। 18 ਸਾਲ ਦਾ ਹੋਵੇ ਚਾਹੇ 19 ਸਾਲ ਦਾ ਹੋਵੇ 20 ਸਾਲ ਦਾ ਹੋਵੇ, ਸਿੱਖ ਕੇ ਤਾਂ ਕੁਛ ਆ ਰਿਹਾ ਗਲਤ, ਠੀਕ ਹੈ ਨਾ, ਅੱਛਾ ਇਹ ਵਰਡ ਵੀ ਹੁੰਦਾ, ਫਿਰ ਉਹ ਆਪਣੇ ਉਹ ਚ ਯੂਜ਼ ਕਰੇਗਾ ਡੇਲੀ। ਮਤਲਬ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਨੈਟਫਲਿਕਸ ਵਗੈਰਾ ਤੇ ਵੀ ਜਾਂ OTT ਤੇ ਜਿਹੜੀ ਮੂਵੀਜ਼ ਆ ਰਹੀਆਂ, ਮੈਂ ਸ਼ਾਇਦ ਇੱਕ ਟਾਈਮ ਤੇ ਹੀਰਾ ਮੰਡੀ ਲਈ ਵੀ ਮੈਂ ਕੀਤਾ ਸੀ, ਆਬਜੈਕਸ਼ਨ ਰੇਜ਼ ਕੀਤਾ ਸੀਗਾ ਕਿ ਉਹ ਉਸ ਟਾਈਮ ਦੀ ਐਕਟ੍ਰੈਸਸ ਜਿਹੜੀ ਉਸ ਮੂਵੀ ਸੀਗੀਆਂ, ਉਹਨਾਂ ਨੇ ਬੜੇ ਗੰਦੇ ਡਾਇਲੌਗਸ ਜੋ ਯੂਜ਼ ਕੀਤੇ ਸੀਗੇ। ਦੇਖੋ ਤੁਹਾਡੀ ਇੱਕ ਬੋਲਬਾਨੀ ਹੈ ਜਿਸ ਚ ਤੁਹਾਨੂੰ ਪਤਾ ਲੱਗਦਾ ਤੁਸੀਂ ਕਿਹੋ ਜਿਹੇ ਖਾਨਦਾਨ ਤੋਂ ਬਿਲੋਂਗ ਕਰਦੇ ਹੋ, ਠੀਕ ਹੈ। ਤੁਸੀਂ ਗਾਲੀਆਂ ਕੱਢ ਰਹੇ ਹੈਗੇ ਹੋ, ਪਤਾ ਲੱਗ ਜਾਏਗਾ ਕਿ ਤੁਹਾਡੀ ਇੱਕ ਪਰਵਰਿਸ਼ ਕਿਹੋ ਜਿਹੀ ਹੋਈ ਹੈ। ਮੈਮ ਅੱਜ ਕੱਲ ਤਾਂ ਪੜ੍ਹੇ ਲਿਖੇ ਇੰਟੈਲੀਜੈਂਟ ਬੱਚੇ, ਮਤਲਬ ਜਿਨ੍ਹਾਂ ਨੇ ਕਹਿ ਦਈਏ ਵੀ ਬਹੁਤ ਜ਼ਿਆਦਾ ਸਟੱਡੀ ਕੀਤੀ ਹੁੰਦੀ ਹੈ, ਉਹ ਵੀ ਮਤਲਬ ਅਜਿਹੇ ਕੰਮਾਂ 'ਚ ਪੈ ਚੁੱਕੇ ਨੇ। आई डोंट नो फ्रस्ट्रेशन, क्योंकि ये दिमाग जो है ना, कहने खाली दिमाग शैतान का घर, ਤੁਸੀਂ ਆਪਣੇ ਆਪ ਨੂੰ ਕਿਸ ਤਰਫ ਲੈ ਕੇ ਜਾਣਾ, ਇਟ ਇਜ਼ ਅਪ ਟੂ ਯੂ, ਠੀਕ ਹੈ। ਇਹ ਕਈ ਲੋਕ ਅੱਜਕੱਲ ਤੁਸੀਂ ਇਹ ਵੀ ਦੇਖੋ, ਸਿਰਫ ਇਹ ਨਹੀਂ ਕਿ ਸੋਸ਼ਲ ਮੀਡੀਆ ਤੇ ਗਲਤ ਕੰਟੈਂਟ ਹੀ ਹੈ, ਅੱਛੇ ਕੰਟੈਂਟ ਹੈ, ਠੀਕ ਹੈ ਨਾ, ਜੋ ਮਤਲਬ ਕਿ ਮੈਂ ਕਈ ਵਾਰ ਦੇਖਦੀ ਹੁੰਦੀ ਕੋਈ ਨੌਲੇਜ ਵਾਲੀ ਚੀਜ਼ਾਂ ਸ਼ੇਅਰ ਕਰ ਰਹੇ, ਕੋਈ ਹਿਸਟਰੀ ਦੀ, ਪੋਲਿਟਿਕਸ ਦੀ ਸ਼ੇਅਰ ਕਰ ਰਹੇ ਹੁੰਦੇ ਆ। ਅੱਜਕੱਲ ਤਾਂ ਬੱਚਿਆਂ ਨੂੰ, ਅੱਜ ਦੀ ਜਨਰੇਸ਼ਨ ਨੂੰ ਤਾਂ ਇਹ ਨਹੀਂ ਪਤਾ ਹੋਣਾ ਸੀ ਰਾਜਾ ਗੋਪਾਲਾਚਾਰੀ ਕੌਣ ਸੀਗੇ, ਠੀਕ ਹੈ ਨਾ। तो मैं कई बार मतलब ये सोचती हूँ कि बच्चों दिमाग किधर जा रहे हैं दूसरी तरफ, ठीक है ना। किसी बच्चे का इंटरेस्ट UPSC की तैयारी कर रहा होगा, IS ਦੀ ਜਾਂ SSC ਦੀ ਤਿਆਰੀ ਕਰ ਰਿਹਾ ਹੋਏਗਾ, ਉਹਦਾ ਥੋੜਾ ਇੰਟਰਸਟ ਹੋਏਗਾ ਜਨਰਲ ਨੌਲੇਜ ਵੱਲ, ਪਰ ਆਮ ਬੱਚੇ ਨੂੰ ਸਿਰਫ ਮੈਨੇ ਪੈਸਾ ਕਮਾਣਾ ਬਾਈ ਹੁੱਕ ਔਰ ਕਰੁਕ, ਠੀਕ ਹੈ ਨਾ, ਕਿ ਮੈਨੇ ਇਵਲੀ ਗੱਡੀ ਲੈਣੀ, ਓਵਲੀ ਗੱਡੀ ਲੈਣੀ ਹੈ। ਕਿ ਮਾਪਿਆਂ ਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਇਹ ਸਿਖਾਣ ਕਿ ਬੇਟਾ ਕਿ ਈਮਾਨ ਘੱਟ ਖਾ ਲੈਣਾ ਪਰ ਇਮਾਨਦਾਰੀ ਦਿਖਾਣਾ, ਠੀਕ ਹੈ ਨਾ, ਕਿ ਕੱਲ ਤੁਹਾਨੂੰ ਆਪਣੇ ਮੂੰਹ ਤੇ ਤੋਲੀਆ ਰੱਖ ਕੇ ਨਾ ਬਾਹਰ ਨਿਕਲਣਾ ਪਵੇ ਪੁਲਿਸ ਦੇ ਨਾਲ। ਮੈਂ ਇੱਕ ਗੱਲ ਹੋਰ ਕਰਨੀ ਸੀਗੀ, ਬਾਹਰ NRIs ਦੇ ਨਾਲ ਵੀ ਕਹਿੰਦੇ ਬਹੁਤ ਪੰਜਾਬ ਦੇ ਜਿਹੜੇ ਮੁੰਡੇ ਕੁੜੀਆਂ ਹੈ ਬਾਹਰ, ਮਤਲਬ ਕਈ ਵਾਰੀ ਇੱਥੋਂ ਮੁੰਡਾ ਬਾਹਰੋਂ ਆ ਜਾਂਦਾ, ਮੁੰਡਾ ਇੰਡੀਆ ਦੇ ਵਿੱਚ ਵਿਆਹ ਕਰਾ ਕੇ ਪੰਜਾਬ 'ਚ ਮੁੜ ਕੇ ਕਹਿ ਦਿੰਦਾ ਵੀ ਇੰਨੇ ਦਿਨਾਂ ਬਾਅਦ ਕੁੜੀ ਤੁਹਾਡੀ ਅਸੀਂ ਬਾਹਰ ਬੁਲਾ ਲਾਂਗੇ। ਉਦਾਂ ਦੇ ਵੀ ਕਹਿੰਦੇ ਕੇਸ ਬਹੁਤ ਆ ਰਹੇ। ਸਮਰ ਬ੍ਰਾਈਟ, ਉਹਨੂੰ ਸਮਰ ਬ੍ਰਾਈਟ ਕਹਿੰਦੇ ਹੁੰਦੇ ਸੀਗੇ। ਇਹ ਇੱਕ ਮਿਨਿਸਟਰ ਸੀ ਪੰਜਾਬ ਦੇ, ਆਈ ਥਿੰਕ ਡੋਲੂ, ਮੈਂ ਭੁੱਲ ਗਿਆ ਉਹਦਾ ਨਾਮ, ਤਾਂ ਉਹਨਾਂ ਨੇ ਬੜਾ ਰੇਸ ਕੀਤਾ ਸੀ ਇਹ ਵਾਲਾ ਮੁੱਦਾ, ਤੇ ਕੀ ਬਾਹਰੋਂ ਆਉਂਦੇ ਸੀਗੇ, ਠੀਕ ਹੈ,
ਤੇ ਬੰਦੇ ਉਹਨਾਂ ਨੇ ਵਿਆਹ ਕਰਾਣਾ, ਵਿਚਾਰੀ ਕੁੜੀਆਂ ਮਤਲਬ ਮਾਪਿਓ ਦੇ ਕਹੇ ਤੇ ਵਿਆਹ ਕਰ ਲੈਂਦੀ ਸੀਗੀਆਂ, ਫਿਰ ਉਹ ਵਿਚਾਰੀਆਂ ਨੇ ਬੈਠੇ ਰਹਿਣਾ ਕਿ ਹਾਂ ਵੀ ਕਦ ਆਊਗਾ ਮੈਨੂੰ ਲੈ ਕੇ ਜਾਏਗਾ, ਉਹ ਸਾਰੀ ਉਮਰ ਇੱਥੇ ਹੀ ਰਹਿ ਜਾਂਦੀ ਸੀਗੀ, ਉਹ ਬੰਦਾ ਉੱਥੇ ਹੀ ਪਹਿਲਾਂ ਵਿਆਹਿਆ ਹੁੰਦਾ ਸੀਗਾ। ਤੇ ਹੁਣ ਤਾਂ ਦੇਖੋ ਵੈਸੇ ਜੋ ਹੁਣ ਮਿਨਿਸਟਰੀ ਆਫ ਜੋ ਐਕਸਟਰਨਲ ਅਫੇਅਰਸ ਹੈ ਨਾਓ ਦੇ ਆਰ ਟੂ ਸਮਾਰਟ, ਉਹਨਾਂ ਨੇ ਹੁਣ ਪੂਰੀ ਮਤਲਬ ਕਿ ਕੁਝ ਇਸ ਤੇ ਕੀਤਾ ਸੀਗਾ ਤੇ ਕਿ ਪੂਰੀ ਉਹਦੀ ਉੱਥੇ ਜਾਂਚ ਹੋਏਗੀ ਉਸ ਲੜਕੇ ਦੀ, ਠੀਕ ਹੈ ਨਾ, ਜੋ ਵੀ ਇੰਟਰੋਗੇਸ਼ਨ ਜੋ ਸੌਰੀ ਇਨਵੈਸਟੀਗੇਸ਼ਨ ਜੋ ਵੀ ਉਸਦੀ ਪੂਰੀ ਬੈਕਗ੍ਰਾਉਂਡ ਕੀ ਕਿੱਦਾਂ ਹੈ, ਕੋਈ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਹੀ ਨਾ ਇੱਥੇ ਆ ਕੇ ਵਿਆਹ ਕਰਾ ਰਿਹਾ ਹੋਵੇ। ਤੇ ਹੁਣ ਇਹ ਚੀਜ਼ਾਂ ਦੀ ਸਹੂਲੀਅਤ ਹੋ ਚੁੱਕੀ ਹੈ ਕਿ ਹਾਂ ਵੀ ਅਸੀਂ ਕਿਸੇ ਦੇ ਬਾਰੇ ਪੁੱਛ-ਗਿੱਛ ਕਰਵਾ ਸਕਦੇ ਹੈਗੇ ਆ। ਅੱਜ ਕੱਲ ਕਹਿੰਦੇ ਜਿਵੇਂ ਆਪਾਂ ਕਈ ਵਾਰੀ ਕੋਈ ਵੀਡੀਓ ਦੇਖ ਰਹੇ ਹੁੰਦੇ ਆ, ਉਹਦੇ ਵਿੱਚ ਕਈ ਵਾਰੀ ਸਾਹਮਣੇ ਆਉਂਦਾ ਹੈ ਵੀ ਜ਼ਿਆਦਾਤਰ ਕਹਿੰਦੇ ਕੁੜੀਆਂ ਦੇ ਘਰ ਮਤਲਬ ਉਹਨਾਂ ਦੇ ਪਿੱਛੇ ਕੋਈ ਹੱਥ ਹੁੰਦਾ ਤਾਂ ਟੁੱਟਦੇ ਆ, ਜਾਂ ਉਹਨਾਂ ਨੂੰ ਕੋਈ ਸਲਾਹ ਦੇਣ ਵਾਲਾ ਹੁੰਦਾ ਵੀ ਉਹ ਤਾਂ ਨਹੀਂ ਘਰ ਵਸਾ ਪਾਉਂਦੀਆਂ, ਜਾਂ ਉਹ ਖੁਆਬ ਏਡੇ ਵੱਡੇ ਦੇਖ ਲੈਂਦੀਆਂ ਸੋਸ਼ਲ ਮੀਡੀਆ ਤੋਂ, ਹਾਏ ਉਹ ਇਦਾਂ ਕਰ ਰਹੀ ਹੈ ਮੈਂ ਵੀ ਇਦਾਂ ਕਰਾਂ। ਇਹ ਕੀ ਕਾਰਨ ਹੈ? ਪਿੱਛੇ ਕੋਈ ਹੁੰਦਾ ਹੈ ਕੁੜੀਆਂ ਦੇ ਜ਼ਿਆਦਾ ਸਲਾਹ ਦੇਣ ਵਾਲਾ? ਕਿਵੇਂ ਹੁੰਦਾ ਹੈ? ਕਹਿੰਦੇ ਆ ਨਾ, ਕਿਉਂਕਿ ਜ਼ਿਆਦਾਤਰ ਕੋਟਾਂ ਦੇ ਵਿੱਚ ਇਹੀ ਆਉਂਦਾ ਹੈ ਵੀ ਕੁੜੀ ਦਾ ਘਰ ਉਹਦੀ ਮਾਂ ਕਰਕੇ ਟੁੱਟ ਗਿਆ। ਕੰਪੈਰੀਜ਼ਨ, ਠੀਕ ਹੈ, ਮੈਂ ਦੱਸਦੀ ਕੁੜੀ ਦਾ ਘਰ ਹੋ ਗਿਆ, ਮਤਲਬ ਵਿਆਹੀ ਗਈ, ਸ਼ਾਦੀ ਹੋ ਗਈ, ਦੈਨ ਉਹ ਦੇਖਦੀ ਕਿ ਦੂਜੀ ਮੇਰੀ ਕਜ਼ਨ ਹੈਗੀ ਉਹ ਅੱਛੇ ਘਰ ਚ ਅਮੀਰ ਘਰ ਚ ਵਿਆਹੇਗੀ, ਠੀਕ, ਉਹ ਫਿਰ ਮਾਪਿਓ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ, ਠੀਕ। ਇਟ ਮੀਨ ਸੇਮ ਅਪਲਾਈਜ਼ ਟੂ ਮਤਲਬ ਲੜਕੀਆਂ ਲਈ ਵੀ ਕਿ ਨੂੰ ਆ ਗਈ ਕਿ ਕਹਿੰਦੇ ਨੇ ਠੀਕ ਠਾਕ ਘਰ ਤੋਂ, ਤੇ ਛੋਟੇ ਵਾਲੇ ਦੀ ਜਾਂ ਭਰਾ ਦੀ ਮਤਲਬ ਉਹਦੀ ਨੂੰ ਥੋੜੇ ਅਮੀਰ ਘਰ ਤੋਂ ਆ ਗਈ, ਜਾਂ ਮਤਲਬ ਚਾਚੇ ਤਾਏ ਦੀ ਉਹਨੂੰ ਅਮੀਰ ਘਰ ਤੋਂ ਆ ਗਈ, ਅੱਛਾ ਦਾਜ ਲੈ ਕੇ ਆਈ ਹੈ, ਤੇ ਉਹ ਕੰਪੈਰੀਜ਼ਨ ਆਉਂਦਾ, ਫਿਰ ਉਹ ਆਪਣੀ ਨੂੰਹ ਦੇ ਨਾਲ ਗਲਤ ਉਹ ਬਿਹੇਵ ਕਰਨਾ ਸ਼ੁਰੂ ਕਰ ਦਿੰਦੇ ਹੈਗੇ। ਕੰਪੈਰੀਜ਼ਨ ਵੀ ਬਹੁਤ, ਕਹਿੰਦੇ ਇਨਸਾਨ ਆਪਣੇ ਕਹਿੰਦੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਜਿੰਨਾ ਦੂਜੇ ਦੇ ਸੁੱਖਾਂ ਤੋਂ ਦੁਖੀ ਹੈ, ਤੇ ਫਿਰ ਤਦੀ ਫਿਰ ਕੀ ਕਹਿੰਦੇ ਨੇ ਫਰਸਟ੍ਰੇਸ਼ਨ ਉਹੀ ਵੱਧਦੀ ਪਈ ਹੈ, ਫਿਰ ਲੜੋ ਜਾਓ ਫਿਰ ਕੋਰਟਾਂ 'ਚ, ਵਕੀਲ ਵੈਸੇ ਛਿੱਲ ਲਾਉਣਗੇ। ਪਰ ਕੀ ਲੱਗਦਾ ਅੱਜ ਕੱਲ ਬੱਚੇ ਛੋਟੀ ਜਿਹੜੀ ਆਉਣ ਵਾਲੀ ਹੁਣ ਪਨੀਰੀ ਹੈ, ਨਵੇਂ ਬੱਚੇ ਹੈ, ਛੋਟੇ ਜਿਨ੍ਹਾਂ ਦੇ ਹੁਣ ਬੱਚੇ ਹਜੇ 5-7 ਸਾਲ ਦੇ ਨੇ, ਹਰੇਕ ਦੇ ਹੱਥ 'ਚ ਫੋਨ ਹੈ, ਫੋਨਾਂ 'ਚ ਪਤਾ ਨਹੀਂ ਕੀ ਕੁਛ ਹੈ ਗੰਦ ਭਰਿਆ ਹੋਇਆ, ਉਹ ਬੱਚੇ ਕੀ ਅੱਗੇ ਕਰਨਗੇ ਜਾ ਕੇ? ਹੁਣੇ ਮੈਂ ਆਈ ਥਿੰਕ 2 ਮਹੀਨੇ ਪਹਿਲਾਂ ਹੀ ਉਹ ਤੇ ਇੰਸਟਾਗ੍ਰਾਮ ਤੇ ਮੈਂ ਦੇਖ ਰਹੀ ਸੀ, ਸਕਰੋਲ ਕਰ ਰਹੀ ਸੀ, ਐਬਸਟਿਨ ਫਾਈਲ ਦੇ ਬਾਰੇ, ਠੀਕ ਹੈ, ਕਿੰਨਾ ਚਰਚਿਤ ਮਾਮਲਾ ਹੈ ਜਿਸ 'ਚ ਵੱਡੀ ਵੱਡੀ ਹਸਤੀਆਂ ਇਨਵੋਲਵ ਸੀਗੀਆਂ, ਇਨਕਲੂਡਿੰਗ ਸਟੀਫਨ ਹਾਕਿੰਸ ਜਿਹੜਾ ਮਤਲਬ ਕਿ ਇੱਕ ਨੋਬਲ ਪ੍ਰਾਈਜ਼ ਵਿਨਰ ਹੈ। ਤੇ ਉਹ ਸੋਚੋ ਉਹ ਜਿਹੜੀ ਐਬਸਟਿਨ ਫਾਈਲਸ ਦੇ ਬਾਰੇ ਕਿਆ ਸਾਡੇ ਇੰਡੀਆ ਜੋ ਵੀ ਬੱਚੇ ਦੇਖ ਰਹੇ ਹੋਣਗੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਹੋਣਾ ਕੀ ਹੋ ਰਿਹਾ, ਕਿ ਬੱਚਿਆਂ ਦੇ ਨਾਲ ਵੀ ਇਹ ਚੀਜ਼ ਹੋ ਰਹੀ ਹੈ। ਸੋ ਮੀਡੀਆ ਸੋਸ਼ਲ ਮੀਡੀਆ ਦਾ ਦੇਖੋ ਇੱਕ ਉਹੀ ਹੈ ਨਾ, ਸਾਇੰਸ ਸੇ ਕਿਤੇ ਨਾ ਕਿਤੇ ਪ੍ਰੋਨਸ ਐਂਡ ਕੌਨਸ ਦੋਨੋਂ ਪਾਸੇ ਚੱਲਦੇ ਹੈਗੇ ਆ, ਤੇ ਇਹ ਉਹੀ ਹੈ ਕਿ ਸੋਸ਼ਲ ਮੀਡੀਆ ਨੂੰ ਕਿਸ ਤਰ੍ਹਾਂ ਤੁਸੀਂ ਦੇਖੋ, ਇਹ ਨਹੀਂ ਹੈ ਕਿ ਹਾਂ ਵੀ ਗਲਤ ਹੀ ਚੱਲ ਰਿਹਾ, ਜਿਸਨੇ ਯੂਜ਼ ਕਰਨਾ YouTube ਨੂੰ, ਠੀਕ ਹੈ ਨਾ, ਇੱਕ ਨੌਲੇਜ ਗੇਨ ਲਈ ਵੀ ਕੋਈ ਚੀਜ਼ ਸਿੱਖਣ ਲਈ ਵੀ ਯੂਜ਼ ਕਰ ਸਕਦਾ ਹੈ, ਜਿਹਨੇ ਗਲਤ ਕੰਟੈਂਟ ਦੇਖਣਾ ਉਹ ਦੇਖਦਾ ਰਹੇਗਾ, ਇਹ ਤਾਂ ਆਪਣੀ ਉਹਤੇ ਕੰਟਰੋਲ ਤੇ ਹੈ। ਪਰ ਕੀ ਲੱਗਦਾ ਹੁਣ ਆਖਰੀ ਸਵਾਲ ਹੈ, ਡਿਵੋਰਸ ਦੀ ਰੇਸ਼ੋ ਕਿੰਨਾ ਕੁ ਫਰਕ ਪਿਆ, ਜਾਂ ਵਧੀ ਹੈ ਕਿ ਘਟੀ ਹੈ? ਕਹਿੰਦੇ ਕਿਉਂਕਿ ਡਿਵੋਰਸ ਦੇ ਹੁਣ ਕੇਸ ਹੀ ਬਹੁਤ ਆ ਰਹੇ ਆ, ਮੁੰਡੇ ਕੁੜੀਆਂ ਪਹਿਲਾਂ ਲਵ ਮੈਰਿਜ ਕਰਾ ਲੈਂਦੇ ਆ, ਬਾਅਦ ਚ ਸਰਵਾਈਵ ਨਹੀਂ ਕਰ ਪਾਉਂਦੇ, ਘਰ ਹੀ ਨਹੀਂ ਵਸਾ ਪਾ ਰਹੇ, ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ। ਅੱਜ ਕੱਲ ਦੇਖੋ ਡਿਵੋਰਸ ਦੇ ਕੇਸਿਸ ਨੋ ਡਾਊਟ ਵੱਧ ਰਹੇ ਹੈ, ਇਹ ਮੰਨਣੀ ਪੈਣੀ ਗੱਲ, ਠੀਕ ਹੈ ਨਾ। ਕੋਰਟ 'ਚ ਤੁਸੀਂ ਦੇਖ ਲਓ, ਕੁੜੀਆਂ ਵੂਮਨ ਸੈਲ ਚਲੇ ਜਾਓ, ਕਿੰਨੀਆਂ ਕੰਪਲੇਂਟਾਂ ਆਈਆਂ ਹੋਈਆਂ, ਤੇ ਪੇਸ਼ੈਂਸ ਘੱਟ ਹੈ, ਠੀਕ ਹੈ ਨਾ, ਔਰਤਾਂ ਵਿੱਚ। ਫਿਰ ਉਹੀ ਹੈ ਕਿ ਜੋ ਫੇਰੇ ਉਹੀ ਫੇਰੇ ਤਾਂ ਇੱਕ ਇਹ ਹੈ ਕਿ ਹਾਂਜੀ ਇਟਸ ਅ ਪਾਰਟ ਆਫ ਦੀ ਮੈਰਿਜ, ਠੀਕ ਹੈ, ਬਟ ਇਹਨਾਂ ਨੂੰ ਫੇਰਿਆਂ ਦੀ ਕੀ ਕੀਮਤ ਹੈ, ਵੈਲਿਊ ਕੀ ਹੈ, ਉਹ ਨਹੀਂ, ਉਹ ਕਹਿੰਦੇ ਨਾ ਇੱਕ ਚੁਟਕੀ ਸਿੰਦੂਰ ਕੀ ਕੀਮਤ ਤੁਮ ਕਿਆ ਜਾਣੋ, ਤੇ ਉਹ ਚੁਟਕੀ ਸਿੰਦੂਰ ਤਾਂ ਬਸ ਆਪਣਾ ਇਟਸ ਅ ਪਾਰਟ ਆਫ ਯੋਰ ਫੈਸ਼ਨ ਔਰ ਵਟ, ਤੇ ਤਦੀ ਉਹ ਕੇਸਿਸ ਵੱਧਦੇ ਪਏ ਆ, ਠੀਕ ਹੈ ਨਾ। ਪਰ ਹੁਣ ਨਾ ਕਿਤੇ ਮੈਡਮ ਕਈ ਵੀਡੀਓ ਸਾਹਮਣੇ ਆਉਂਦੀਆਂ, ਕਹਿੰਦੇ ਮੁੰਡੇ ਵੀ ਵਿਆਹ ਕਰਾਉਣ ਤੋਂ ਡਰਨ ਲੱਗ ਗਏ। ਆਫ ਕੋਰਸ ਮੈਂ ਤਾਂ ਕਹਿੰਨੀ ਆ ਖੁਦ ਕਿ ਡਰ ਲੱਗਦਾ ਹੈਗਾ, ਅਸੀਂ ਨਵੀਂ ਰੋਜ਼ ਜਿੱਦਾਂ ਇੰਸੀਡੈਂਟ ਦੇਖਦੇ ਆ, ਤੇ ਕੀ ਕਹਿੰਦੇ ਨੇ ਦੇਖੋ ਲੜਕੇ ਨੂੰ ਹੁੰਦਾ ਕਿ ਮੇਰੇ ਮਾਂ ਪਿਓ ਜਾਂ ਮੇਰੇ ਭੈਣ ਭਰਾ, ਠੀਕ ਹੈ ਨਾ, ਬਿਕੋਜ਼ ਆਫ ਵਨ ਗਰਲ ਉਹ ਕਿਉਂ ਫਸਣ, ਠੀਕ ਹੈ ਨਾ। ਜਦੋਂ ਆਪਣੇ ਦੋਸਤਾਂ ਦਾ ਹਾਲ ਦੇਖਦੇ ਹੋਣੇ ਕਿ ਇਹ ਹੋ ਰਿਹਾ ਕਿ ਪੁਲਿਸ ਵਾਲੇ ਚੱਕੇ ਲੈ ਕੇ ਜਾ ਰਹੇ ਹੈਗੇ ਆ, ਤੇ ਫਿਰ ਉਹ ਤਾਂ ਡਰਨਗੇ। ਹੁਣ ਤਾਂ ਮੈਂ ਕਹਿੰਦੀ ਨਹੀਂ, ਕੁੜੀਆਂ ਮਤਲਬ ਕਿ ਵੀ ਸ਼ੁਰੂ ਹੋ ਚੁੱਕੀਆਂ ਹੈਗੀਆਂ ਇੰਨੀ ਕਿ ਕਾਨੂੰਨ ਦਾ ਗਲਤ ਇਸਤੇਮਾਲ ਕਰਨੀ ਚਾਹੀਦੀ ਕਰ ਰਹੀ ਹੈਗੇ, ਤੇ ਇਹਨਾਂ ਦੀ ਨਕੇਲ ਪੈਣੀ ਚਾਹੀਦੀ ਹੈ, ਠੀਕ ਹੈ ਨਾ, ਐਕਸਪੋਜ਼ ਹੋਣੀ ਚਾਹੀਦੀਆਂ ਜੀ ਕੁੜੀਆਂ, ਤਾਂ ਕਿ ਹੋਰ ਕੁੜੀਆਂ ਕਾਨੂੰਨ ਦਾ ਗਲਤ ਇਸਤੇਮਾਲ ਕਰੇ ਤੇ ਉਹਨਾਂ ਨੂੰ ਪਤਾ ਚੱਲੇ ਤੇ ਰੈਪਰਕਸ਼ਨਸ ਕੀ ਹੋਣਗੇ। ਕਹਿੰਦੇ ਅੱਜ ਕੱਲ ਤਾਂ ਲੋਕ ਜਿਹੜੇ ਘਰ ਦਾ ਮਾਲਿਕ ਹੈ, ਉਹ ਇੱਕ ਆਪਣੇ ਫਲੈਟ ਨੂੰ ਕੁੜੀਆਂ ਨੂੰ ਰੈਂਟ ਤੇ ਦੇਣ ਤੋਂ ਵੀ ਡਰਦਾ ਹੈ ਵੀ ਕਿਤੇ ਉਹ ਵੀ ਨਾ ਸ਼ਿਕਾਰ ਬਣ ਜਾਏ। ਇਹ ਕਾਨਪੁਰ ਦਾ ਕੇਸ ਹੈ, ਬਹੁਤ ਲੱਗਦੇ ਪਏ, ਕਾਨਪੁਰ ਦਾ ਕੇਸ ਹੈ, ਸੇਮ ਹਸਬੈਂਡ ਵਾਈਫ ਸੀਗੇ, ਤੇ ਉਹ ਮਤਲਬ ਕਿ ਕਿਰਾਏ ਦੇ ਘਰ ਤੇ ਰਹਿ ਰਹੇ ਸੀਗੇ, ਕਿਰਾਇਆ ਦੇ ਨਹੀਂ ਪਾਏ, ਤੇ ਜਨਾਨੀ ਨੇ ਝੂਠਾ ਕੇਸ ਉੱਤੇ ਪਾਤਾ ਆਦਮੀ ਤੇ, ਮਤਲਬ ਲੈਂਡਲੋਰਡ ਤੇ। ਦੱਸੋ, ਮੈਂ ਚਲੋ ਇਹ ਗੱਲ ਅਲੱਗ ਹੈ, ਇੱਕ ਇੱਥੇ ਜਿਹੜੀ ਮੈਂ ਇੱਕ ਵਕੀਲ ਦੀ ਗੱਲ ਕੀਤੀ ਸੀਗੀ, ਲੇਡੀ ਐਡਵੋਕੇਟ ਦੀ, ਜਿਹੜੀ ਉਹ ਕਾਫੀ ਲਈ ਮਨਾ ਕੀਤਾ। ਬਿਲਕੁਲ ਕਾਨੂੰਨ ਦਾ ਤੂੰ ਕਹਿ ਰਹੀ ਕਿ ਮੈਂ ਗਲਤ ਮਤਲਬ ਕਿ ਜੋ ਵੀ ਕਿ ਉਹਨੇ ਮੈਨੂੰ ਮੇਰਾ ਸੈਕਸੁਅਲ ਹਰਾਸਮੈਂਟ ਹੋ ਗਿਆ ਕਿ ਕਾਫੀ ਨਹੀਂ ਦਿੱਤੀ ਤੇ ਮਨਾ ਕਰ ਦਿੱਤਾ,
ਉਹੀ ਵਕੀਲ ਨਹੀਂ, ਇੱਕ ਇੱਥੇ ਖਰੜ ਚ ਇੱਕ ਵਿਡੋ ਲੇਡੀ ਦਾ ਘਰ, ਮਤਲਬ ਕਿ ਉਹ ਮਤਲਬ ਕਿਰਾਏ ਤੇ ਲਿੱਤਾ ਹੋਣਾ, ਉਹਨੂੰ ਵਿਚਾਰੀ ਨੂੰ ਤੰਗ ਕਰਦੀ ਪਈ ਸੀ ਵਿਡੋ ਲੇਡੀ ਨੂੰ, ਠੀਕ ਹੈ ਨਾ, ਸ਼ੀ ਵਾਜ਼ ਅ ਲੈਂਡ ਲੇਡੀ। ਤੇ ਫਿਰ ਉਹ ਖਰੜ ਦੀ ਪੁਲਿਸ ਨੇ ਉਹ ਘਰ ਖਾਲੀ ਕਰਵਾਇਆ, ਔਰ ਬੈਂਡ ਲਗਾ ਕੇ, ਮੈਂ ਤੁਹਾਨੂੰ ਇੱਕ एग्जांपल देनी है कि बैंड लगा के यूनिफॉर्म पा के दीवार टपके जा रही है उससे, वो कह रही है कि मेरा घर है, तू इधर क्यों आ रही है, कि ਇਹ ਕਿ ਮੈਨੂੰ ਦੱਸੋ ਕਿ ਕੌਣ ਜਨਾਨੀਆਂ ਨੂੰ, ਇਹ ਜਨਾਨੀਆਂ ਨੂੰ ਕਿਰਾਏ ਤੇ ਮਤਲਬ ਦੇਗਾ? ਵਕੀਲਾਂ ਨੂੰ ਕਿਰਾਏ ਤੇ ਕੋਈ ਕਰ ਦਿੰਦਾ ਹੀ ਨਹੀਂ ਹੈ, ਠੀਕ ਹੈ ਨਾ, ਨਾਲ ਜਨਾਨੀਆਂ ਨੂੰ ਕੋਈ ਦੇਵੇ, ਕਿਉਂਕਿ ਇੱਕ ਮਿੰਟ ਚ ਪਤਾ ਨਹੀਂ ਕੀ ਇਲਜ਼ਾਮ ਲਗਾ ਦੇਣਗੀਆਂ। ਅੱਜ ਕੱਲ ਤਾਂ ਮਤਲਬ ਕੋਲੋਂ ਨਿਕਲਦੇ ਹੀ ਡਰ ਲੱਗਦਾ ਜਨਾਨੀਆਂ ਦੇ। ਕਿਵੇਂ ਦੇਖਦੇ ਹੋ ਜਿਵੇਂ ਰਾਜ ਲਾਲੀ ਗਿੱਲ ਮੈਮ ਕੰਮ ਕਰ ਰਹੇ ਆ, ਇਦਾਂ ਦੀਆਂ ਸੰਸਥਾਵਾਂ ਵੀ ਕਹਿੰਦੇ ਬਹੁਤ ਬਣੀਆਂ ਹੋਈਆਂ ਵੀਮਨਸ ਦੇ ਹੱਕ ਦੇ ਵਿੱਚ? ਐਗਜ਼ੈਕਟਲੀ, women's ਦੇ ਹੱਕ ਚ, not in favor of men। ਬਹੁਤ ਹੀ ਘੱਟ ਹੈ ਜਿਹੜੇ ਆਦਮੀਆਂ ਦੇ, ਮਿਲਣਾ ਤਾਂ ਬਹੁਤ ਹੀ ਘੱਟ, ਜਿਹਨੂੰ ਕਹਿੰਦੇ 4-5 ਹੀ ਮੈਂ ਸੁਣੀਆਂ ਹੈਗੀਆਂ ਹਾਲੇ ਤੱਕ। ਤੇ ਇੱਕ ਦੀਪਿਕਾ ਨਾਰਾਇਣ ਭਾਰਦਵਾਜ ਹੈ, ਸ਼ੀ ਇਜ਼ ਰਿਨਾਊਂਡ ਜਰਨਲਿਸਟ ਦਿੱਲੀ ਚ, ਉਹ ਐਕਸਪੋਜ਼ ਕਰਦੀ ਹੈਗੀ ਹੈ, ਠੀਕ ਹੈ ਨਾ, ਐਜ਼ ਅ ਜਰਨਲਿਸਟ ਆਣੇ ਵੀ ਚਾਹੀਦੇ ਆ, ਤਾਂ ਕਿ ਇਹਨਾਂ ਕੁੜੀਆਂ ਨੂੰ ਕੌਣ ਐਕਸਪੋਜ਼ ਕਰੇਗਾ ਦੱਸੋ? ਪੁਲਿਸ ਵਾਲੇ ਤਾਂ ਐਕਸਪੋਜ਼ ਕਰ ਨਹੀਂ ਸਕਦੇ, ਠੀਕ ਹੈ ਨਾ, ਉਹ ਤਾਂ ਸਰਕਾਰੀ ਮੁਲਾਜ਼ਮ ਹੈ, ਉਹਨਾਂ ਦੇ ਹੱਥ ਕੱਟੇ ਹੋਏ ਆ। ਅਗਰ ਉਹ ਕੁਝ ਮਤਲਬ ਕਿ ਆਬਜੈਕਸ਼ਨ ਰੇਜ਼ ਕਰਦੇ ਆ, ਇਹਨਾਂ ਨੇ ਤਾਂ ਪੁਲਿਸ ਕੰਪਲੇਂਟ ਅਥਾਰਟੀ ਚਲ ਜਾਣਾ ਹੈ ਉਹਨਾਂ ਦੀਆਂ ਨੌਕਰੀਆਂ ਤੋਂ ਨਿਕਲਵਾਉਣ ਲਈ, ਠੀਕ ਹੈ ਨਾ। ਤੇ ਫਿਰ ਉਹ ਪੁਲਿਸ ਵਾਲਿਆਂ ਦੇਖੋ ਹੱਥ ਕੱਟੇ ਹੋਏ ਨੇ, ਉਹ ਇਹੋ ਜਿਹਾ ਐਕਸ਼ਨ ਨਹੀਂ ਲੈ ਸਕਦੇ। ਇੱਕ ਆਮ ਬੰਦਾ ਜਿੱਦਾਂ ਹੈਗਾ ਐਜ਼ ਅ ਜਰਨਲਿਸਟ, ਠੀਕ ਹੈ ਨਾ, ਜਾਂ ਵਕੀਲ, ਉਹ ਐਕਸ਼ਨ ਲੈ ਤਾਂ ਲੈ, ਠੀਕ ਹੈ ਨਾ, ਉਹ ਹੀ ਐਕਸਪੋਜ਼ ਕਰ ਸਕਦਾ। ਤੇ ਮਾਫ ਕਰਨਾ, ਮੈਂ ਇਹ ਸਵਾਲ ਪੁੱਛਣਾ ਨਹੀਂ ਚਾਹੁੰਦਾ ਸੀ, ਪਰ ਬਹੁਤ ਜ਼ਿਆਦਾ ਦੇਖਣ ਨੂੰ ਇਹ ਮਿਲਿਆ ਹੈ, ਮਤਲਬ ਸਰਕਲ ਇਹੋ ਜਿਹਾ ਆਪਣਾ, ਮਤਲਬ ਕਾਫੀ ਜਗ੍ਹਾ ਦੇਖਣ ਨੂੰ ਇਹ ਚੀਜ਼ ਸਾਹਮਣੇ ਆਈ ਹੈ। ਪਹਿਲਾਂ ਤਾਂ ਕਹਿੰਦੇ ਵੀ ਕੇਸ ਪਾ ਦਿੰਦੀਆਂ ਵੀ ਸਾਡੇ ਨਾਲ ਰੇਪ ਹੋਇਆ ਹੈ, ਉਸ ਤੋਂ ਬਾਅਦ ਉਹ ਗੱਲ ਪੈਸੇ ਦੇ ਕਿਉਂ ਆ ਕੇ ਨਿਬੜ ਜਾਂਦੀ ਹੈ, ਪੈਸੇ ਮਿਲ ਜਾਂਦੇ ਆ ਤੇ ਕੋਰਟ 'ਚ ਜਾ ਕੇ ਕੰਪਰੋਮਾਈਜ਼ ਹੋ ਜਾਂਦਾ। 4-5 ਸਾਲ ਉਸ ਬੰਦੇ ਨਾਲ, ਵਿਆਹੇ ਬੰਦੇ ਦੀ ਗੱਲ ਕਰ ਰਹੀ ਹਾਂ, ਠੀਕ ਹੈ, 4-5 ਸਾਲ ਵਿਆਹੇ ਬੰਦੇ ਨਾਲ ਘੁੰਮਣ ਗਿਆ, ਹੋਟਲਾਂ 'ਚ ਜਾਣ ਗਿਆ, ਠੀਕ, ਤੇ ਕੀ ਕਹਿੰਦੇ ਨੇ, ਕਿਰਾਏ ਦੇ ਘਰਾਂ 'ਚ ਵੀ ਕਈ ਰਹਿੰਦੀ ਹੈਗੀ ਆ, ਠੀਕ ਹੈ, ਵਾਈਫ ਨੂੰ ਪਤਾ ਹੀ ਨਹੀਂ ਹੈ ਉਹ ਬੰਦੇ ਦੀ ਕਿ ਮੇਰਾ ਆਦਮੀ ਇੱਕ ਦੂਜੀ ਮਤਲਬ ਜਨਾਨੀ ਦੇ ਨਾਲ ਰਹਿ ਰਿਹਾ। ਤੇ ਫਿਰ ਉਹ ਤੋਂ ਬਾਅਦ 4-5 ਸਾਲ ਤੇ ਬਾਅਦ ਜਾ ਕੇ ਜਨਾਨੀ ਨੂੰ ਯਾਦ ਆ ਜਾਂਦਾ ਹੈ ਜੀਆਂ ਨੂੰ ਕਿ ਹਾਂ ਮੇਰੇ ਨਾਲ ਰੇਪ ਹੋਇਆ। ਤੂੰ ਪਹਿਲਾਂ ਨਹੀਂ, ਤੈਨੂੰ ਪਤਾ ਸੀ ਤੂੰ ਵਿਆਹੇ ਆਦਮੀ ਨਾਲ ਇਹੋ ਜਿਹਾ ਰਿਲੇਸ਼ਨ ਰੱਖ ਰਹੀ ਹੈ, ਕਿਉਂ ਕਿਸੇ ਦਾ ਘਰ ਖਰਾਬ ਕਰੀਏ? ਯੂ ਜਸਟ ਵੇਟ ਫॉर योर डिवोर्स, ਕਿਉਂ ਕਿਹਾ ਕਿ ਡਿਵੋਰਸ ਲੈ ਕੇ ਆ ਜਾਏ, ਠੀਕ ਹੈ ਨਾ। ਆਪਣੀ ਇੰਦਰੀਆਂ ਤੇ ਕੰਟਰੋਲ ਹੈ, ਮੈਂ ਕਹਿੰਦੀ ਆਪਣੀ ਇੰਦਰੀਆਂ ਤੇ ਕੰਟਰੋਲ ਕਿਉਂ ਨਹੀਂ ਆਉਂਦਾ ਹੈਗਾ, ਠੀਕ ਹੈ ਨਾ। ਤੇ ਫਿਰ ਉਸ ਤੋਂ ਬਾਅਦ ਕੀ ਇਹ ਹੋ ਰਿਹਾ ਕਿ ਮਿਸਯੂਜ਼ ਆਫ ਲਾਅ, ਠੀਕ ਹੈ ਨਾ। ਤੇ ਪੈਸੇ ਫਿਰ ਤੁਸੀਂ, ਮੈਂ ਤੇ ਕਹਿੰਦੀ ਹਾਂ ਪੈਸੇ ਲੈ ਜੇ, ਇਹਨਾਂ ਨੂੰ ਮੈਂ ਅਮੀਰ ਭਿਖਾਰੀ ਕਹੂੰਗੀ, ਜਿਹੜਾ ਇੱਕ ਤਾਂ ਦਾਜ ਮੰਗਣ ਵਾਲਾ ਤੇ ਇੱਕ ਮੇਨਟੇਨੈਂਸ ਜੋੜੇ ਐਲਮਨੀ ਲੈਂਡ ਵਾਲੀਆਂ ਔਰਤਾਂ, ਠੀਕ ਹੈ ਨਾ, ਇਹ ਮੈਂ ਇਹਨਾਂ ਨੂੰ ਅਮੀਰ ਭਿਖਾਰੀ ਕਹਿੰਦੀ ਹੈਗੀ ਆ। ਕਿ ਅਗਰ ਇੰਨੀ ਹੋਵੇ ਤੇ ਆਪਣੇ ਕੀ ਕਹਿੰਦੇ ਤੁਹਾਡੇ ਹੱਥਾਂ 'ਚ ਇੰਨਾ ਹੋਣਾ ਚਾਹੀਦਾ, ਤੁਹਾਡਾ ਦਿਮਾਗ ਇੰਨਾ ਹੋਣਾ ਚਾਹੀਦਾ ਹੈਗਾ, ਇੰਟੈਲੀਜੈਂਟ, ਯੂ ਸ਼ੁਡ ਬੀ ਦੈਟ ਮਚ ਇੰਟੈਲੀਜੈਂਟ ਦੈਟ ਯੂ ਕੈਨ ਅਰਨ yourself, ਠੀਕ ਹੈ ਨਾ, ਕਿ ਤੁਹਾਨੂੰ ਕਿਸੇ ਦੇ ਵੱਲ ਦੇਖਣਾ ਨਾ ਪਵੇ। ਮਜਬੂਰੀਆਂ ਬਹੁਤ ਕੁਝ ਹੁੰਦੀਆਂ ਕਿ ਹਾਂ, ਐਗਜ਼ੈਕਟਲੀ। तो ਹੁਣ ਤਾਂ ਸੁਪਰੀਮ ਕੋਰਟ ਪਹੁੰਚ ਸਕਦਾ ਹੈ, ਹੁਣ ਤਾਂ ਸਾਰੇ ਕੋਰਟਸ ਇਵਨ ਸਕਦਾ ਹੈ ਕਿ ਹਾਂ ਵੀ ਇਫ ਯੂ ਆਰ ਅਰਨਿੰਗ, ਇਫ ਯੂ ਆਰ ਕੈਪੇਬਲ ਆਫ ਅਰਨਿੰਗ, ਤੇ ਤੁਸੀਂ ਕੀ ਕਹਿੰਦੇ ਨੇ ਆਦਮੀਆਂ ਨੂੰ ਹਰਾਸ ਨਹੀਂ ਕਰ ਸਕਦੀ ਹੈਗੀ। ਉਹ ਤਾਂ ਖੁਦ ਕਹਿੰਦੇ ਕਿ ਅਗਰ ਤੂੰ ਇੱਕ ਪਨੀ ਕੇਸ ਸੀਗਾ, ਕਹਿੰਦੀ 6 ਕਰੋੜ ਦੋ, ਕਹਿੰਦੇ ਅਗਰ 6 ਕਰੋੜ ਤੂੰ ਮੰਗਦੀ, ਤੂੰ 6 ਕਰੋੜ ਕਮਾ ਵੀ ਤਾਂ ਸਹੀ, ਅਗਰ ਇੰਨੀ ਕੁਆਲੀਫਿਕੇਸ਼ਨ ਲੈ ਕੇ ਘੁੰਮ ਰਹੀ ਹੈ। ਯਾ ਹੁਣੀ ਤੁਸੀਂ ਆ ਦੇਖੋ ਕਿ ਕਹਿੰਦੇ ਨੇ ਸੰਜੇ ਕਪੂਰ ਔਰ ਕਰਿਸ਼ਮਾ ਕਪੂਰ ਵਾਲਾ ਕੇਸ ਜਿਹੜਾ ਹੈਗਾ, ਠੀਕ ਹੈ, ਉਹ ਸਾਰੀ ਹੁਣ ਜਨਾਨੀਆਂ ਉਹਦੀ ਸੰਜੇ ਕਪੂਰ ਦੀ ਆ ਗਈਆਂ। ਬਟ ਇਹੀ ਤੁਸੀਂ ਕੰਪੈਰੀਜ਼ਨ ਅਗਰ ਧਰਮਿੰਦਰ ਦੀ ਫੈਮਿਲੀ ਨਾਲ ਕਰੋ, ਤੇ ਉਹਨਾਂ ਦੇ ਕੋਈ ਨਹੀਂ, ਉਹ 2 ਜਨਾਨੀਆਂ ਉਹਦੀ ਵੀ ਸੀਗੀਆਂ, ਠੀਕ ਹੈ, ਕੋਈ ਡਿਵੋਰਸ ਨਹੀਂ ਹੋਇਆ ਸੀਗਾ ਪ੍ਰਕਾਸ਼ ਕੌਰ ਦੇ ਨਾਲ, ਤੇ ਬਟ ਉਹੀ ਖਾਨਦਾਨੀ ਲੋਕਾਂ ਦੀ ਗੱਲ ਹੈ। ਉਹਦੇ ਧਰਮਿੰਦਰ ਦੇ ਬੱਚੇ ਤਾਂ ਨਹੀਂ ਉੱਥੇ ਜਾ ਕੇ ਲੜ ਰਹੇ, ਇਹਨਾਂ ਨੇ ਵੀ ਤਾਂ 2 ਜਨਾਨੀਆਂ ਰੱਖੀਆਂ ਹੋਈਆਂ ਸੀਗੀਆਂ, ਠੀਕ ਹੈ। ਹਿਮਾ ਮਾਲਿਨੀ ਕੋਈ ਉੱਥੇ ਜਾ ਕੇ ਕੋਈ ਕਲੇਮ ਨਹੀਂ ਕਰ ਰਹੀ। ਇਹ ਦੇਖ ਲਓ ਕਿੱਦਾਂ ਲੜਦੇ ਪਏ ਨੇ, ਜਲੂਸ ਕੱਢ ਕੇ ਰੱਖ ਦਿੱਤਾ ਸੰਜੇ ਕਪੂਰ ਦੀ ਫੈਮਿਲੀ ਦਾ। ਔਰ ਉਹਦੀ ਸੰਜੇ ਕਪੂਰ ਦੀ ਮਦਰ ਵੀ ਹੁਣ, ਉਹ ਆਈ ਥਿੰਕ ਪ੍ਰਿਆ ਸਚਦੇਵ ਨੇ ਕਿਹਾ ਉਹਦਾ ਨਾਮ ਹੈਗਾ, ਫਰਸਟ ਵਾਈਫ ਦਾ, ਤੇ ਮਤਲਬ ਕਿ ਉਹਦੇ ਅਗੇਂਸਟ ਉਹ ਕਰ ਰਹੀ ਹੈਗੀ ਕਿ ਕੱਢ ਰਹੀ ਹੈ ਕਿ ਇਹ ਮੇਰੀ ਨੂੰਹ ਹੈਗੀ ਹੈ, ਜੋ ਮਤਲਬ ਇਹਨਾਂ ਦੀ ਆਪਸ ਦੀ ਇੰਨੀ ਉਹ ਹੋ ਗਈ ਹੈ ਕਿ ਮਤਲਬ ਤੁਸੀਂ ਸੋਚੋ ਕਿ ਔਰਤ ਦਾ ਆਦਮੀ ਸਰ ਤੋਂ ਚਲਾ ਜਾਏ, ਠੀਕ ਹੈ ਨਾ, ਉਹਦੀ ਲਾਈਫ 'ਚ ਚਲਾ ਜਾਏ, ਕਹਿੰਦੇ ਆ ਕਿ ਖਤਮ ਹੋ ਜਾਂਦੀ ਹੈ, ਉਹਨੇ ਕੀ ਕਰਨਾ ਪੈ ਯਾ। ਤੇ ਇੱਥੇ ਇਸ ਤਰ੍ਹਾਂ ਲੜਦੇ ਪਏ ਕੁੱਤੇ ਬਿੱਲੀਆਂ ਦੀ ਤਰ੍ਹਾਂ ਕੋਰਟ 'ਚ ਜਾ ਕੇ। So that is something different, you know, ਇਹ ਤੁਹਾਡੀ ਖਾਨਦਾਨ ਉਹੀ ਕਿਸ ਫੈਮਿਲੀ ਤੁਸੀਂ ਆਏ, ਉਹ ਫਰਕ ਪੈ ਜਾਂਦਾ, ਇੱਥੇ ਦਿਖ ਜਾਂਦਾ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ। ਸੋ ਬਿਲਕੁਲ ਇਹ ਸਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਮੈਡਮ ਨੇ, ਐਡਵੋਕੇਟ ਨੇ ਮੀਸ਼ੂ ਮੈਮ, ਕਿਉਂਕਿ ਇਹ ਨਾਲ ਲੇਡੀਜ਼ ਦੇ ਮਤਲਬ ਜਿਵੇਂ ਦੀਆਂ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ, ਕਿਉਂਕਿ ਜਿਹੜੇ ਅੱਜ ਕੱਲ੍ਹ ਹਾਲਾਤ ਬਣੇ ਹੋਏ ਆ, ਚੰਡੀਗੜ੍ਹ ਦੀ ਗੱਲ ਹੋਵੇ, ਪੰਜਾਬ ਦੀ ਹੋਵੇ, ਚਾਹੇ ਦਿੱਲੀ ਦੀ ਹੋਵੇ, ਕਈ ਉਹਨਾਂ ਲੇਡੀਜ਼ ਦੀ ਗੱਲ ਕਰ ਰਹੀਆਂ ਜਿਹੜੀਆਂ ਵਿਆਹੇ ਬਰੇ ਬੰਦਿਆਂ ਨੂੰ ਸੋਸ਼ਲ ਮੀਡੀਆ ਤੇ ਜਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਆਪਣਾ ਗੈਂਗ ਬਣਾ ਕੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਨੇ, ਤੇ ਉਸ ਤੋਂ ਉਹਨਾਂ ਤੋਂ ਬਾਅਦ ਉਹਨਾਂ ਤੋਂ ਮੋਟੀ ਰਕਮ ਵਸੂਲ ਕਰਦੇ ਨੇ। ਪਰ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਵੱਲੋਂ ਜਿਹੜਾ ਕਿ ਇੱਕ ਆਰਮੀ ਪਰਸਨ ਦੀ ਕੰਪਲੇਂਟ ਦੇ ਆਧਾਰ ਤੇ ਜਿਹੜਾ ਮੈਟਰ ਸੁਪਰੀਮ ਕੋਰਟ ਗਿਆ ਤੇ ਉਸ ਦਾ ਖੁਲਾਸਾ ਹੋਇਆ, ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਜਿਹੜੀ ਇੱਕ ਲੇਡੀ ਸੀ, ਉਸ ਦੇ ਨਾਲ ਇੱਕ ਐਡਵੋਕੇਟ ਵੀ ਕਹਿੰਦੇ ਆ ਫਸਿਆ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਬਹੁਤ ਬਹੁਤ ਧੰਨਵਾਦ।